ਮੋਦੀ ਸਾਹਿਬ ਇਸ ਕਰਕੇ ਅੜੇ ਹੋਏ ਆ ਵੀ ਉਹ ਸੋਚਦੇ ਆ ਕਿ ਮਈ ਦੇ ਵਿੱਚ ਜਿਹੜੇ ਬੰਗਾਲ ਦੀਆਂ ਚੋਣਾਂ ਆਉਣੀਆਂ ਹੈਗੀਆਂ ਉਹਦੇ ਰਿਜ਼ਲਟ ਦੇਖਣਗੇ ਉਹ ਕਿੱਦਾਂ, ਕਿਉਂਕਿ ਜੇ ਪਹਿਲਾਂ ਮੰਨ ਲੈਂਦੇ ਆ ਕਿਸਾਨਾਂ ਦੀਆਂ ਮੰਗਾਂ, ਇਹਦਾ ਮਤਲਬ ਸਰਕਾਰ ਹਾਰ ਗਈ। ਉਹ ਜੇਤੂ ਤੇ ਆਕੜ ਵਾਲਾ ਜਾਂ ਹੰਕਾਰੀ ਵਾਲਾ ਜਿਹੜਾ ਉਹ ਹੀ ਆਪਣਾ ਪ੍ਰਭਾਵ ਕਾਇਮ ਰੱਖਣਾ ਚਾਹੁੰਦੇ ਆ। ਸਵਾਮੀਨਾਥਨ ਕਮਿਸ਼ਨ ਬਣਾਇਆ ਸੀ, ਉਹ ਕਮਿਸ਼ਨ ਦੀ ਰਿਪੋਰਟ ਵੀ ਆ ਗਈ ਆ, ਸਭ ਕੁਝ ਹੋ ਗਿਆ। ਅੱਜ ਤੱਕ ਪਾਰਲੀਮੈਂਟ ਦੇ ਵਿੱਚ ਉਹਦੀ ਚਰਚਾ ਨਹੀਂ ਹੋਈ। ਕਿਸਾਨ ਜਿਹੜਾ ਪੈਦਾ ਕਰਦਾ, ਜਿਹੜਾ 6 ਮਹੀਨੇ ਉਹਦੀ ਇੰਤਜ਼ਾਰ ਕਰਦਾ, ਜੇ ਉਹਦੀ ਡੁੱਬ ਜਾਂਦੀ ਆ, ਮਰ ਜਾਂਦੀ, ਤਬਾਹ ਹੋ ਜਾਂਦੀ ਤੇ ਉਹਦੇ ਸਿਰ ਹੀ ਪੈਂਦਾ ਨਾ। ਉਦੋਂ ਤਾਂ ਸਰਕਾਰਾਂ ਮਾਂ ਨਹੀਂ ਨਾ ਫੜਦੀਆਂ। ਤੇ ਜੇ ਉਹ ਚੀਜ਼ ਆਪਣੀ ਪੈਦਾ ਕਰਦਾ ਆ ਤੇ ਉਹਨੂੰ ਪੂਰਾ ਹੱਕ ਵੀ ਹੋਣਾ ਚਾਹੀਦਾ ਆ ਵੀ ਇਹ ਇੰਨੇ ਨੂੰ ਵਿਕੂਗੀ। ਯੂਪੀ ਕਿੱਡੀ ਵੱਡੀ ਸਟੇਟ ਆ, ਬਿਹਾਰ ਕਿੱਡੀ ਵੱਡੀ ਸਟੇਟ ਆ, ਜਿੱਥੇ ਯਾਨੀ ਕਿ ਝੋਨਾ ਤੁਹਾਡਾ ਕੌਡੀਆਂ ਦੇ ਭਾਅ ਵੀ ਖਰੀਦਿਆ ਨਹੀਂ ਜਾਂਦਾ ਕਿਸਾਨਾਂ ਦਾ, ਉਹ ਐਡਾ ਨੁਕਸਾਨ ਹੋ ਰਿਹਾ। ਜੇ ਫਰਾਂਸ ਵਰਗੇ ਮੁਲਕ ਜਿਹੜੇ ਆ ਉਹ ਐਮਐਸਪੀ ਨੂੰ ਲੈ ਕੇ ਕਾਨੂੰਨ ਬਣਾ ਸਕਦੇ ਆ, ਜੇ ਸਪੇਨ ਵਰਗੇ ਮੁਲਕ ਜਿਹੜੇ ਉਹ ਐਮਐਸਪੀ ਨੂੰ ਲੈ ਕੇ ਕਾਨੂੰਨ ਬਣਾ ਸਕਦੇ ਆ, ਤੇ ਫਿਰ ਭਾਰਤ ਕਿਉਂ ਨਹੀਂ ਬਣਾ ਸਕਦਾ? ਅਸੀਂ ਚਾਹੁੰਦੇ ਤਾਂ ਹੈਗੇ ਆ, ਉਦਾਹਰਨਾਂ ਵੀ ਦਿੰਦੇ ਆ ਵੀ ਜਿਹੜਾ ਪੰਜਾਬ ਹੈ ਜਾਂ ਇਹਨੂੰ ਉੱਦਾਂ ਦਾ ਕੈਲੀਫੋਰਨੀਆ ਬਣਾ ਦੇਾਂਗੇ, ਹਨਾ। ਤੁਸੀਂ ਬਾਹਰਲੇ ਦੇਸ਼ਾਂ ਨਾਲ ਆਪਣਾ ਕੰਪੈਰੀਜ਼ਨ ਕਰਦੇ ਆ, ਤੇ ਬਾਹਰਲੇ ਦੇਸ਼ ਜੇ ਉਹ ਕਾਨੂੰਨ ਬਣਾਏ ਆ, ਉਹਨਾਂ ਨੇ ਐਮਐਸਪੀ ਦੇ ਬਣਾਇਆ ਕਾਨੂੰਨ, ਤੇ ਫਿਰ ਸਾਡੇ ਇੱਥੇ ਕਿਉਂ ਨਹੀਂ ਬਣ ਸਕਦਾ? ਇਹ ਕਾਨੂੰਨ ਬਣਾ ਕੇ ਤਾਂ ਤੁਸੀਂ ਵਪਾਰੀਆਂ ਨੂੰ ਲੁੱਟ ਕਰਨ ਦੀ ਖੁੱਲੀ ਛੋਟ ਦਿੱਤੀ ਆ। ਜਦੋਂ ਸਾਰਾ ਅਨਾਜ ਉਹਨਾਂ ਦੇ ਕੋਲ ਆ ਗਿਆ, ਫਿਰ ਉਹਨਾਂ ਦੀ ਹੀ ਮਰਜ਼ੀ ਚੱਲਣੀ ਆ, ਫਿਰ ਉਹਨਾਂ ਦਾ ਹੀ ਭਾਅ ਚੱਲਣਾ, ਫਿਰ ਲੋਕ ਜਾਣੀ ਕਿ ਤਰਾ ਜਿਹੜੇ ਕਰਨਗੇ। ਮੁਲਕ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਨੇ ਤੇ ਉਹਨਾਂ ਦੀ ਵਜ਼ਾਰਤ ਦੇ ਕਈ ਮੰਤਰੀਆਂ ਨੇ ਕਈ ਵਾਰੀ ਇਹ ਦਾਅਵਾ ਕੀਤਾ, ਐਮਐਸਪੀ ਸੀ, ਐਮਐਸਪੀ ਹੈ ਤੇ ਐਮਐਸਪੀ ਰਹੇਗੀ। ਉਹਨਾਂ ਦਾ ਇਹ ਦਾਅਵਾ ਆ, ਜਦਕਿ ਸੰਯੁਕਤ ਕਿਸਾਨ ਮੋਰਚੇ ਨੇ ਇੱਕ ਨਵੀਂ ਮੁਹਿੰਮ ਵਿੱਢ ਦਿੱਤੀ ਹੈ, ਐਮਐਸਪੀ ਪ੍ਰਾਪਤੀ ਮੁਹਿੰਮ। ਇਹਨਾਂ ਦੋਨਾਂ ਦੇ ਵਿੱਚ ਇੱਕ ਖਬਰ ਨਿਕਲ ਕੇ ਸਾਹਮਣੇ ਆਉਂਦੀ ਹੈ ਕਿ ਸਪੇਨ ਵਰਗਾ ਮੁਲਕ ਇੱਕ ਕਾਨੂੰਨ ਬਣਾਉਂਦਾ ਆ, ਅਮੈਂਡਮੈਂਟ ਕਰਦਾ ਕਾਨੂੰਨਾਂ ਦੇ ਵਿੱਚ, ਕਿ ਜੇ ਕੋਈ ਵਿਅਕਤੀ ਐਮਐਸਪੀ ਤੋਂ ਘੱਟ ਖਰੀਦ ਕਰੇਗਾ ਫਸਲ ਦੇ ਸੰਬੰਧ ਦੇ ਵਿੱਚ ਖਾਸ ਤੌਰ ਤੇ, ਤਾਂ ਉਹਨੂੰ ਮੋਟਾ ਜੁਰਮਾਨਾ ਲਾਇਆ ਜਾਏਗਾ। ਸ਼ਾਇਦ ਇਹੀ ਮੰਗ ਇਸ ਸਮੇਂ ਕਿਸਾਨ ਅੰਦੋਲਨ ਦੇ ਵਿੱਚੋਂ ਵੀ ਉੱਭਰ ਕੇ ਸਾਹਮਣੇ ਆ ਰਹੀ ਹੈ। ਹੁਣ ਇਹ ਐਮਐਸਪੀ ਦਾ ਮਸਲਾ, ਸਾਡੀਆਂ ਸਰਕਾਰਾਂ ਤੇ ਇਹ ਅੰਦੋਲਨ, ਤਿੰਨਾਂ ਚੀਜ਼ਾਂ ਨੂੰ ਇੱਕ ਥਾਂ ਤੇ ਰੱਖ ਕੇ ਜਦੋਂ ਗੱਲਬਾਤ ਕਰਦੇ ਆ ਤੇ ਉਹਦੇ ਮਾਇਨੇ ਕੀ ਨਿਕਲਦੇ ਆ, ਉਹ ਸਾਰੇ ਮਾਇਨੇ ਸਮਝਣ ਦੇ ਲਈ ਇਸ ਵੇਲੇ ਸਾਡੇ ਨਾਲ ਸੀਨੀਅਰ ਪੱਤਰਕਾਰ ਪਾਲ ਸਿੰਘ ਨੌਲੀ ਹੋਰੀ ਮੌਜੂਦ ਨੇ। ਨੌਲੀ ਸਾਹਿਬ, ਸਪੇਨ ਦੀ ਗੱਲ ਕਰ ਰਿਹਾ ਸੀ ਮੈਂ, ਖਬਰ ਦਵਿੰਦਰ ਸ਼ਰਮਾ ਹੋਰਾਂ ਦਾ ਮੈਂ ਆਰਟੀਕਲ ਪੜ੍ਹ ਰਿਹਾ ਸੀਗਾ, ਤੇ ਉਹ ਜ਼ਿਕਰ ਕਰਦੇ ਆ ਕਿ ਪਿਛਲੇ ਸਾਲ ਹੀ 2020 ਦੇ ਵਿੱਚ ਇੱਕ ਅਮੈਂਡਮੈਂਟ ਕੀਤੀ ਆ। ਉਸ ਅਮੈਂਡਮੈਂਟ ਦੇ ਮੁਤਾਬਕ ਮੇਰਾ ਖਿਆਲ 1 ਲੱਖ ਯੂਰੋ ਦਾ ਜੁਰਮਾਨਾ ਰੱਖ ਦਿੱਤਾ ਗਿਆ ਜੇ ਕੋਈ ਫਸਲ ਦੀ ਖਰੀਦ ਐਮਐਸਪੀ ਤੋਂ ਘੱਟ ਕਰਦਾ ਆ। ਇਹੀ ਮੰਗ, ਇਹੀ ਰੋਣਾ ਇੱਥੇ ਕਿਸਾਨ ਰੋਂਦੇ ਪਏ ਆ ਇਸ ਅੰਦੋਲਨ ਦੇ ਦਰਮਿਆਨ ਕਿ ਐਮਐਸਪੀ ਦੀ ਗਰੰਟੀ ਦਿੱਤੀ ਜਾਵੇ, ਜੇ ਕੋਈ ਫਸਲ ਐਮਐਸਪੀ ਤੋਂ ਘੱਟ ਖਰੀਦਦਾ ਉਹਦੇ ਲਈ ਸਜ਼ਾ ਦਾ ਪ੍ਰਾਵਧਾਨ ਜਿਹੜਾ ਉਹ ਰੱਖਿਆ ਜਾਵੇ। ਪਰ ਉਹਦਾ ਜਵਾਬ ਸਿਰਫ ਇਹ ਕਹਿ ਕੇ ਸਾਰ ਦਿੱਤਾ ਜਾਂਦਾ ਕਿ ਐਮਐਸਪੀ ਸੀ, ਹੈ, ਰਹੇਗੀ, ਕਾਨੂੰਨੀ ਨੁਕਤੇ ਤੇ ਕੋਈ ਗੱਲ ਨਹੀਂ ਕੀਤੀ ਜਾਂਦੀ। ਦੇਖੋ ਜਸਵੀਰ ਜੀ, ਜਿਹੜਾ ਪ੍ਰਧਾਨ ਮੰਤਰੀ ਨੇ ਆਪਣੇ ਲੋਕ ਸਭਾ ਦੇ ਸਦਨ ਦੇ ਅੰਦਰ ਵੀ ਇਹ ਗੱਲ ਕੀਤੀ ਆ ਕਿ ਐਮਐਸਪੀ ਸੀ, ਐਮਐਸਪੀ ਹੈ, ਐਮਐਸਪੀ ਰਹੇਗੀ, ਤੇ ਇਹਦੇ ਬਾਰੇ ਜਿਹੜੇ ਬੀਜੇਪੀ ਦੇ ਮੰਤਰੀ ਤੇ ਹੋਰ ਜਿਹੜੀ ਇਹਨਾਂ ਦੀ ਲੀਡਰਸ਼ਿਪ ਆ, ਉਹ ਇਹੋ ਹੀ ਪ੍ਰਚਾਰ ਕਰਦੀ ਆ ਵੀ ਸਦਨ ਦੇ ਵਿੱਚ ਜਿਹੜਾ ਬੋਲਿਆ ਜਾਣਾ ਹੁੰਦਾ, ਉਹ ਜੇ ਤੁਸੀਂ ਉਹ ਝੂਠਾ ਸਾਬਤ ਹੁੰਦਾ ਤੇ ਬੋਲਣ ਵਾਲੇ ਨੂੰ ਸਜ਼ਾ ਵੀ ਹੋ ਸਕਦੀ, ਕਿਉਂਕਿ ਉਹ 'ਚ ਤੁਸੀਂ ਰਿਕਾਰਡ 'ਚ ਹਰ ਚੀਜ਼ ਦਰਜ ਹਰ ਗੱਲ ਰਿਕਾਰਡ ਵਿੱਚ ਹੁੰਦੀ ਹੈ। ਇੱਕ ਜ਼ਿੰਮੇਵਾਰੀ ਦੇ ਨਾਲ ਤੁਸੀਂ ਉਹ ਉੱਥੇ ਭਾਸ਼ਣ ਜਾਂ ਜਿਹੜਾ ਗੱਲ ਉਹ ਤੁਸੀਂ ਦੇਸ਼ ਦੇ ਸਾਹਮਣੇ ਰੱਖਦੇ ਹੋ ਜੀ। ਇਹ ਸਿਰਫ ਮਹਿਜ ਇੱਕ ਗੱਲਾਂ ਹੀ ਰਹਿ ਗਈਆਂ। ਸਭ ਤੋਂ ਵੱਡੀ ਗੱਲ ਵੀ ਖੇਤੀਬਾੜੀ ਦੇ ਸੁਧਾਰ ਦੀ ਲੋੜ ਤਾਂ ਹੈਗੀ ਆ। ਇਹਦੇ ਬਾਰੇ ਜਿਹੜਾ ਗਵਰਨਮੈਂਟ ਆਫ ਇੰਡੀਆ ਨੇ ਹੀ ਸਵਾਮੀਨਾਥਨ ਕਮਿਸ਼ਨ ਬਣਾਇਆ ਸੀ, ਉਹ ਕਮਿਸ਼ਨ ਦੀ ਰਿਪੋਰਟ ਵੀ ਆ ਗਈ ਆ, ਸਭ ਕੁਝ ਹੋ ਗਿਆ। ਅੱਜ ਤੱਕ ਪਾਰਲੀਮੈਂਟ ਦੇ ਵਿੱਚ ਉਹਦੀ ਚਰਚਾ ਨਹੀਂ ਹੋਈ ਜੀ। ਤੁਸੀਂ ਜਦੋਂ ਆਪ ਕਮਿਸ਼ਨ ਬਣਾ ਕੇ ਆਪ ਹੀ ਉੱਤੇ ਚਰਚਾ ਨਹੀਂ ਕਰਦੇ, ਫਿਰ ਤੁਹਾਡੀ ਜ਼ੁਬਾਨ ਦੇ ਉੱਤੇ, ਤੁਹਾਡੇ ਬਿਆਨ ਦੇ ਉੱਤੇ ਕਿੱਦਾਂ ਲੋਕ ਭਰੋਸਾ ਕਰਨਗੇ ਕਿ ਜਿਹੜੀ ਗੱਲ ਤੁਸੀਂ ਕਹਿੰਦੇ ਆ ਇਹ
ਕੱਲੀ ਆਪਣੇ ਸਵਾਮੀਨਾਥਨ ਕਮਿਸ਼ਨ ਦੇ ਨਾਲ ਨਹੀਂ ਹੋਇਆ। ਜੀ ਦੇਸ਼ ਦੇ ਵਿੱਚ ਹੋਰ ਵੀ ਪਾਰਲੀਮੈਂਟ ਦੀਆਂ ਜਿਹੜੀਆਂ ਵੱਖਰੀਆਂ ਵੱਖਰੀਆਂ ਕਮੇਟੀਆਂ ਬਣਦੀਆਂ ਰਹੀਆਂ ਜਾਂ ਹੋਰ ਕਮਿਸ਼ਨ ਬਣਦੇ ਰਹੇ ਵੱਖ-ਵੱਖ ਮੁੱਦਿਆਂ ਦੇ ਉੱਪਰ, ਜੀ ਕਿਸੇ ਤੇ ਵੀ ਨਾ ਤਾਂ ਚਰਚਾ ਕੀਤੀ ਗਈ, ਨਾ ਉਹਦੇ ਤੇ ਕੋਈ ਕਾਰਵਾਈ ਕੀਤੀ ਗਈ। ਬਿਲਕੁਲ ਜਦੋਂ ਚਰਚਾ ਹੀ ਨਹੀਂ ਹੋਣੀ ਤੇ ਕਾਰਵਾਈ ਕੀ ਕਰਨੀ ਹੈ? ਜਾਣੀ ਕਿ ਤੁਸੀਂ ਇਹ ਦੇਖੋ ਹਾਲਾਤ ਕਿੱਦਾਂ ਦੇ ਬਣੇ ਹੋਏ ਆ ਵੀ ਆਪ ਹੀ ਕਮਿਸ਼ਨ ਬਣਾਉਣਾ ਸਰਕਾਰ ਨੇ ਤੇ ਆਪ ਹੀ ਉਹਦੇ ਤੇ ਗੱਲ ਨਹੀਂ ਕਰਨੀ। ਜੀ ਤੇ ਜਦੋਂ ਹਾਲਾਤ ਇਦਾਂ ਦੇ ਰਾਜਨੀਤਿਕ ਬਣੇ ਹੋਣ ਜਾਂ ਸਰਕਾਰ ਦੀ ਜਿਹੜੀ ਨੀਅਤ ਇਦਾਂ ਦੀ ਹੋਵੇ ਤਾਂ ਫਿਰ ਉਹ ਅੰਦਰ ਬੋਲਣ ਦਾ ਲੋਕ ਕਿੱਦਾਂ ਵਿਸ਼ਵਾਸ ਕਰਨ? ਕਿਸਾਨ ਜਿਹੜੇ ਦੇਸ਼ ਦੇ ਆ ਉਹ ਬਿਲਕੁਲ ਭੋਲੇ ਭਾਲੇ ਆ, ਉਹ ਓਨੀ ਹੀ ਗੱਲ ਕਰਦੇ ਆ ਜੀ ਜਿੰਨੀ ਗੱਲ ਉਹਨਾਂ ਨੂੰ ਲੱਗਦਾ ਵੀ ਇਹ ਗੱਲ ਸਮਝ ਆਉਣੀ ਚਾਹੀਦੀ ਹੈ। ਬਿਲਕੁਲ ਜਦੋਂ ਇਹ ਅੰਦੋਲਨ ਹੁਣ ਕੱਲਾ ਇਹਨਾਂ ਕਾਨੂੰਨਾਂ ਕਰਕੇ ਨਹੀਂ ਹੈਗਾ, ਵੀ ਇਹ ਤਾਂ ਇੱਕ ਮੈਂ ਕਹਿੰਦਾ ਜ਼ਰੀਆ, ਇੱਕ ਬਹਾਨਾ ਬਣਿਆ ਹੈਗਾ। ਕਿਸਾਨੀ ਦੇ ਨੂੰ ਜਿਹੜੀਆਂ ਲੋੜਾਂ ਜਿਹੜੀਆਂ ਸੁਧਾਰਾਂ ਦੀ ਲੋੜ ਆ ਉਹ ਤਾਂ ਹੈਗੀ ਆ, ਕਿਉਂਕਿ ਬਹੁਤ ਸਾਰੀਆਂ ਗੱਲਾਂ ਦੀ ਅਜੇ ਵੀ ਹੈਗੀ ਆ ਜਿਹੜੀ ਹੁਣ ਜਿਹੜੀ ਗੱਲ ਸ਼ਾਂਤਾ ਕੁਮਾਰ ਕਮੇਟੀ ਬਣਾਈ ਸੀਗੀ ਜੀ ਉਹਦੇ ਮੁਤਾਬਕ ਸਿਰਫ 6% ਕਿਸਾਨਾਂ ਨੂੰ ਹੀ MSP ਦਿੱਤਾ ਜਾਂਦਾ ਰਿਹਾ ਜੀ ਤੇ ਬਾਕੀ ਦੇਸ਼ ਦੇ ਯੂਪੀ ਕਿੱਡੀ ਵੱਡੀ ਸਟੇਟ ਆ, ਬਿਹਾਰ ਕਿੱਡੀ ਵੱਡੀ ਸਟੇਟ ਆ ਜਿੱਥੇ ਯਾਨੀ ਕਿ ਝੋਨਾ ਤੁਹਾਡਾ ਕੌਡੀਆਂ ਦੇ ਭਾਅ ਵੀ ਖਰੀਦਿਆ ਨਹੀਂ ਜਾਂਦਾ ਕਿਸਾਨਾਂ ਦਾ, ਜੀ ਉਹ ਐਡਾ ਨੁਕਸਾਨ ਹੋ ਰਿਹਾ। ਹੁਣ ਜਿਹੜੀ ਸਾਰੀ ਲੀਡਰਸ਼ਿਪ ਦਾ ਜ਼ੋਰ ਲੱਗਾ, ਜੇ ਤੁਸੀਂ ਕਹਿੰਦੇ ਆ ਵੀ ਰਹੂੰਗੀ ਤੇ ਫਿਰ ਉਹ 'ਚ ਕਾਨੂੰਨ ਬਣਾਉਣ 'ਚ ਕੀ ਹਰਜ ਆ? ਹਾਂ, ਜਿਹੜੀ ਜ਼ੁਬਾਨੀ ਗੁਲਾਮੀ ਗੱਲ ਕਰਦੇ ਆ, ਜੇ ਉਹਦੇ ਤੇ ਮੋਹਰ ਲੱਗ ਜਾਵੇ ਤਾਂ ਕੋਈ ਹਰਜ ਨਹੀਂ। ਮੈਂ ਸਪੇਨ ਦੀ ਗੱਲ ਪਤਾ ਕਿਉਂ ਕੀਤੀ ਆ, ਖਾਸ ਤੌਰ ਤੇ ਇਸ ਸੰਦਰਭ ਦੇ ਵਿੱਚ ਤੁਹਾਡੇ ਨਾਲ ਰਾਬਤਾ ਕਿਉਂ ਬਣਾ ਰਿਹਾ, ਕਿਉਂਕਿ ਜਦੋਂ ਨਿੱਜੀਕਰਨ ਦੀਆਂ ਗੱਲਾਂ ਚੱਲਦੀਆਂ ਨੇ ਨਾ, ਜਦੋਂ ਆ ਸਾਰਾ ਖੇਤੀ ਕਾਰੋਬਾਰ ਕੁਝ ਕਾਰਪੋਰੇਟ ਘਰਾਣਿਆਂ ਦੇ ਹੱਥ ਦੇ ਵਿੱਚ ਦੇਣ ਦੀ ਗੱਲ ਚੱਲਦੀ ਆ, ਕੰਟਰੈਕਟ ਫਾਰਮਿੰਗ ਦੀ ਗੱਲ ਚੱਲਦੀ ਆ, ਦਾਅਵਾ ਕੀ ਕੀਤਾ ਜਾਂਦਾ ਆ ਕਿ ਹੁਣ ਵਿਸ਼ਵ ਦਾ ਜਿਹੜਾ ਸਥਿਤੀਆਂ ਵਿਸ਼ਵ ਦੀਆਂ ਹੈਗੀਆਂ ਨੇ, ਵਿਸ਼ਵ ਦੇ ਵਿੱਚ ਜਿਸ ਤਰੀਕੇ ਨਾਲ ਖੇਤੀ ਹੁੰਦੀ ਆ ਬਾਕੀ ਮੁਲਕਾਂ ਦੇ ਵਿੱਚ, ਉੱਥੇ ਵੀ ਆਹੀ ਸਿਸਟਮ ਚੱਲਦਾ, ਅਸੀਂ ਉਹੀ ਅਨੁਸਰਨ ਕਰਦੇ ਪਏ ਕਿਉਂਕਿ ਵਿਸ਼ਵ ਸਿਸਟਮ ਜਿਹੜਾ ਆ ਉਹ ਇਦਾਂ ਦਾ ਬਣ ਚੁੱਕਾ ਆ। ਪਰ ਉਸ ਵਿਸ਼ਵ ਸਿਸਟਮ ਦੇ ਵਿੱਚ ਜੇ ਫਰਾਂਸ ਵਰਗੇ ਮੁਲਕ ਜਿਹੜੇ ਆ ਉਹ MSP ਨੂੰ ਲੈ ਕੇ ਕਾਨੂੰਨ ਬਣਾ ਸਕਦੇ ਆ, ਜੇ ਸਪੇਨ ਵਰਗੇ ਮੁਲਕ ਜਿਹੜੇ ਉਹ MSP ਨੂੰ ਲੈ ਕੇ ਕਾਨੂੰਨ ਬਣਾ ਸਕਦੇ ਆ, ਤੇ ਫਿਰ ਭਾਰਤ ਕਿਉਂ ਨਹੀਂ ਬਣਾ ਸਕਦਾ? ਜਦੋਂ ਅਸੀਂ ਇਹ ਕਹਿੰਦੇ ਸੁਣਦੇ ਆ ਪ੍ਰਧਾਨ ਮੰਤਰੀ ਨੂੰ ਕਿ ਸਰਕਾਰਾਂ ਦਾ ਕੰਮ ਵਪਾਰ ਕਰਨਾ ਨਹੀਂ ਹੁੰਦਾ, ਤੇ ਫਿਰ ਕੀ ਇਹਨੂੰ ਵਪਾਰ ਨਾ ਮੰਨਿਆ ਜਾਵੇ, ਇਹਨੂੰ ਕਿਸ ਪਾਸੇ ਰੱਖਿਆ ਜਾਵੇ? ਨਹੀਂ, ਜੇ ਸਰਕਾਰਾਂ ਦਾ ਕੰਮ ਵਪਾਰ ਕਰਨਾ ਨਹੀਂ ਮੰਨਿਆ ਜਾਂਦਾ ਜਿੱਦਾਂ ਇਹ ਪ੍ਰਚਾਰ ਕਰ ਰਿਹਾ, ਸਰਕਾਰ ਦੀ ਇਹ ਜ਼ਿੰਮੇਵਾਰੀ ਤਾਂ ਬਣਦੀ ਆ ਕਿ ਤੁਹਾਡਾ ਕੋਈ ਵੀ ਨਾਗਰਿਕ ਭੁੱਖਾ ਨਾ ਸੌਵੇ। ਜੀ ਦੇਸ਼ ਵਿੱਚ ਅਜੇ ਵੀ 19 ਕਰੋੜ ਲੋਕ ਜਿਹੜੇ ਆ ਉਹ ਭੁੱਖੇ ਸੌਂਦੇ, ਉਹ ਕਿਹਦੀ ਜ਼ਿੰਮੇਵਾਰੀ ਹੈ? ਉਹਨਾਂ ਦੇ ਅਨਾਜ ਦਾ ਪ੍ਰਬੰਧ ਕਿਹਨੇ ਕਰਨਾ? ਇਹ ਕਾਨੂੰਨ ਬਣਾ ਕੇ ਤਾਂ ਤੁਸੀਂ ਵਪਾਰੀਆਂ ਨੂੰ ਲੁੱਟ ਕਰਨ ਦੀ ਖੁੱਲੀ ਛੋਟ ਦਿੱਤੀ ਆ। ਦੇਖੋ ਜਿਹੜਾ 1956 ਦਾ ਐਕਟ ਸੀਗਾ ਜ਼ਰੂਰੀ ਵਸਤਾਂ ਬਾਰੇ, ਉਹਦੇ ਵਿੱਚ ਸੋਧ ਕੀਤੀ ਆ ਬਈ ਕੋਈ ਵੀ ਜਿੰਨਾ ਮਰਜ਼ੀ ਭੰਡਾਰ ਕਰ ਲਵੇ। ਜੀ ਇਹ ਸਿੱਧੀ ਜਾਣੀ ਕਿ ਇੱਕ ਤਰ੍ਹਾਂ ਨਾਲ ਬਲੈਕ ਕਰਨ ਦੀ, ਬਲੈਕ ਮਾਰਕੀਟ ਨੂੰ ਉਤਸ਼ਾਹਿਤ ਕਰਨ ਦੀ। ਜੇ ਹੁਣ ਇੱਥੇ ਐਡੇ ਵੱਡੇ ਕਾਰੋਬਾਰੀ ਹੈਗੇ ਆ, ਅੰਬਾਨੀ ਅਡਾਨੀ, ਜਿਨ੍ਹਾਂ ਦਾ ਨਾਂ ਉੱਭਰ ਕੇ ਜ਼ਿਆਦਾ ਸਾਹਮਣੇ ਆ ਰਿਹਾ, ਉਹ ਤਾਂ ਇਸ ਸਾਰੇ ਮੁਲਕ ਦਾ ਅਨਾਜ ਖਰੀਦਣ ਦੀ ਸਮਰੱਥਾ ਰੱਖਦੇ ਆ। ਜੀ ਉਹਨਾਂ ਨੇ ਪਹਿਲਾਂ ਹੀ ਵੱਡੇ ਵੱਡੇ ਗੋਦਾਮ ਜਿਹੜੇ ਆ ਵੱਖ-ਵੱਖ ਸਟੇਟਾਂ ਦੇ ਵਿੱਚ ਬਣਾ ਲਏ ਹੋਏ ਆ। ਜਦੋਂ ਸਾਰਾ ਅਨਾਜ ਉਹਨਾਂ ਦੇ ਕੋਲ ਆ ਗਿਆ, ਫਿਰ ਉਹਨਾਂ ਦੀ ਹੀ ਮਰਜ਼ੀ ਚੱਲਣੀ ਆ, ਫਿਰ ਉਹਨਾਂ ਦਾ ਹੀ ਭਾਅ ਚੱਲਣਾ, ਫਿਰ ਲੋਕ ਜਾਣੀ ਕਿ ਤਰਾ ਜਿਹੜੇ ਕਰਨਗੇ। ਜੀ ਤੁਸੀਂ ਦੇਖਿਆ ਹੋਣਾ ਵੀ ਜਿਹੜਾ ਸੰਯੁਕਤ ਕਿਸਾਨ ਮੋਰਚਾ ਹੁਣ ਚੱਲ ਰਿਹਾ, ਉਹਦੇ ਵਿੱਚ ਜਿਹੜੀ ਆ ਟਕੈਤ ਸਾਹਿਬ ਦਾ ਇੱਕ ਬਿਆਨ ਹੈ ਬੜਾ, ਜਿਹੜਾ ਲੋਕਾਂ ਨੂੰ ਅਪੀਲ ਕਰਦਾ ਵੀ ਰੋਟੀ ਨੂੰ ਤਿਜੋਰੀ ਦੇ ਵਿੱਚ ਬੰਦ ਨਹੀਂ ਹੋਣ ਦੇਣਾ। ਸਾਡੀ ਇਸ ਗੱਲ ਦੀ ਲੜਾਈ ਹੈ। ਵਪਾਰੀ ਜਿਹੜੇ ਆ ਉਹ ਹਮੇਸ਼ਾ ਆਪਣੀ ਤਿਜੋਰੀ ਭਰਨ ਤੇ ਲੱਗੇ ਹੋਏ ਆ। ਇਹ ਜਿਹੜਾ ਅਨਾਜ ਦਾ ਸਾਰੀ ਖੇਤੀਬਾੜੀ ਦਾ ਬਿਜ਼ਨਸ ਆ, ਕਾਰੋਬਾਰ ਆ ਜਿਹੜਾ, ਉਹ 12,000 ਖਰਬ ਦਾ ਹੈਗਾ ਜੀ। ਐਡੇ ਵੱਡੇ ਕੰਮ ਦੇ ਉੱਪਰ ਜਦੋਂ ਤੁਹਾਡੀ ਨਿਗਾਹ ਆ ਗਈ ਆ, ਉਹ ਨਿਗਾਹ ਵੀ ਕਦੋਂ, ਹਾਲਾਂਕਿ ਇਹ ਬੜੇ ਚਿਰਾਂ ਦਾ ਪ੍ਰੋਸੈਸ ਚੱਲ ਰਿਹਾ ਸੀ ਇਹਨੂੰ ਕਾਬੂ ਕਰਨ ਦਾ, ਤੇ ਕਰੋਨਾ ਦੇ ਵਿੱਚ ਤਾਂ ਇਹ ਗੱਲ ਬਿਲਕੁਲ ਸਾਫ਼ ਉੱਭਰ ਕੇ ਸਾਹਮਣੇ ਆ ਗਈ ਕਿ ਜਦੋਂ ਸਾਰੇ ਕੰਮ ਜਿਹੜੇ ਠੱਪ ਹੋ ਗਏ ਸੀ, ਸਾਰੇ ਕੰਮ ਜਿਹੜੇ ਸੀ ਕਾਰੋਬਾਰ ਉਹ ਘਾਟੇ ਵਿੱਚ ਚਲੇ ਗਏ ਸੀ। ਸਿਰਫ ਦੇਸ਼ ਦੀ ਅਰਥ ਵਿਵਸਥਾ ਨੂੰ ਜੇ ਸੰਭਾਲਿਆ ਸੀ ਤਾਂ ਉਹ ਖੇਤੀਬਾੜੀ ਸੈਕਟਰ ਹੀ ਸੀ। ਜਦੋਂ ਹੁਣ ਤੁਸੀਂ ਉਹਨੂੰ ਕੰਟਰੋਲ 'ਚ ਕਰ ਲਿਆ, ਜਿਹੜੀ ਗੱਲ ਤੁਸੀਂ ਹੁਣ ਵੀ ਕੀਤੀ ਆ ਵੀ ਜੇ ਬਾਕੀ ਦੇਸ਼ ਜਿਹੜੇ ਆ ਉਹ ਕਾਨੂੰਨ ਬਣਾ ਸਕਦੇ ਆ, ਅਸੀਂ ਚਾਹੁੰਦੇ ਤਾਂ ਹੈਗੇ ਆ, ਉਦਾਹਰਨਾਂ ਵੀ ਦਿੰਦੇ ਆ ਵੀ ਜਿਹੜਾ ਪੰਜਾਬ ਹੈ ਜਾਂ ਇਹਨੂੰ ਉੱਦਾਂ ਦਾ ਕੈਲੀਫੋਰਨੀਆ ਬਣਾ ਦੇਵਾਂਗੇ, ਹਨਾ। ਤੁਸੀਂ ਬਾਹਰਲੇ ਦੇਸ਼ਾਂ ਨਾਲ ਆਪਣਾ ਕੰਪੈਰੀਜ਼ਨ ਕਰਦੇ ਆ,
ਤੇ ਬਾਹਰਲੇ ਦੇਸ਼ ਜੇ ਉਹ ਕਾਨੂੰਨ ਬਣਾਏ ਆ, ਉਹਨਾਂ ਨੇ MSP ਦੇ ਬਣਾਇਆ ਕਾਨੂੰਨ, ਤੇ ਫਿਰ ਸਾਡੇ ਇੱਥੇ ਕਿਉਂ ਨਹੀਂ ਬਣ ਸਕਦਾ? ਸਭ ਤੋਂ ਕਿਉਂਕਿ ਹੁਣ ਉਹਨਾਂ ਨੇ ਜਿਹੜਾ ਅੰਦੋਲਨ ਦੇ ਵਿੱਚ ਹੁਣ ਜਿਹੜੀ ਮੀਟਿੰਗ ਸੰਯੁਕਤ ਕਿਸਾਨ ਮੋਰਚੇ ਦੀ ਹੋਈ ਆ, ਉਹਦੇ ਜਿਹੜੇ ਪ੍ਰੋਗਰਾਮ ਐਲਾਨੇ ਗਏ ਆ, ਉਹਦੇ ਵਿੱਚ ਇਹੋ ਹੀ ਆ ਵੀ ਜਿਹੜਾ MSP ਨੂੰ ਕਾਨੂੰਨੀ ਦਰਜਾ ਦਿਵਾਉਣ ਦੀ ਜਿਹੜੀ ਮੁਹਿੰਮ ਆ ਉਹ ਵਿੱਢੀ ਜਾਣੀ ਆ। ਤੇ ਉਹਨਾਂ ਨੇ ਇਹਦਾ ਜਿਹੜਾ ਨਾਅਰਾ ਦਿੱਤਾ ਵੋਟ ਤੇ ਚੋਟ, ਬਈ ਪੱਛਮੀ ਬੰਗਾਲ ਵਿੱਚ ਵੀ ਜਾ ਰਿਹਾ, ਉਹ ਕਲਕੱਤਾ ਜਿੱਥੇ ਇਲੈਕਸ਼ਨ ਹੋ ਰਹੀ ਹੈ, ਜਿਹੜਾ ਕਿ ਇਸ ਵੇਲੇ BJP ਦੇ ਲਈ ਵਕਾਰ ਦਾ ਸਵਾਲ ਬਣਿਆ ਹੋਇਆ, ਵੀ ਬੰਗਾਲ ਦੇ ਉੱਤੇ ਜਿੱਤ ਹਾਸਲ ਕਰਨੀ ਹੈ, ਜਿਹੜਾ ਮਰਜ਼ੀ ਉਹਨਾਂ ਨੂੰ ਹਰਬਾ ਵਰਤਣਾ ਪਵੇ, ਉੱਦਾਂ ਦੇ ਸੰਕੇਤ ਵੀ ਆ ਰਹੇ ਆ। ਹੁਣ ਜਦੋਂ ਕਿਸਾਨ ਉੱਥੇ ਜਾਣਗੇ, ਕਿਉਂਕਿ 3 ਮਹੀਨਿਆਂ ਤੋਂ 100 ਦਿਨ ਹੋ ਚੱਲੇ ਆ ਉੱਥੇ ਬੈਠਿਆਂ ਨੂੰ ਦਿੱਲੀ ਦੀਆਂ ਬਰੂਹਾਂ ਤੇ ਪੰਜਾਬ ਵਿੱਚ ਤਾਂ ਕਾਫੀ ਚਿਰਾਂ ਦਾ ਅੰਦੋਲਨ ਚੱਲਦਾ ਸੀ। ਜਦੋਂ ਤੁਹਾਡੀ ਸਿਆਸੀ ਜ਼ਮੀਨ ਉੱਥੇ ਹਿਲਦੀ ਨਜ਼ਰ ਆਉਣੀ ਆ, ਕਿਉਂਕਿ ਸਾਰੇ ਦੇਸ਼ ਦੇ ਕਿਸਾਨ, ਕੱਲਾ ਇਹ ਅੱਗੇ ਤਾਂ ਦੋਸ਼ ਲਾਉਂਦੇ ਨੇ ਪੰਜਾਬ ਦੇ ਕਿਸਾਨ ਆ, ਫਿਰ ਹਰਿਆਣੇ ਦੇ ਵੀ ਕਹਿਣ ਲੱਗ ਪਏ, ਹੁਣ ਯੂਪੀ ਦੇ ਵੀ ਆ ਗਏ, ਰਾਜਸਥਾਨ ਦੇ ਵੀ ਆ ਗਏ, ਕਰਨਾਟਕਾ ਦੇ, ਤੇਲੰਗਾਨਾ ਦੇ, ਤਾਮਿਲਨਾਡੂ, ਕੇਰਲਾ, ਸਾਰੇ ਦੇਸ਼ ਵਿੱਚ ਇਹੋ ਫੈਲ ਰਿਹਾ ਕੰਮ। ਤੇ ਸਭ ਤੋਂ ਵੱਡੀ ਗੱਲ, ਅਸਾਮ ਦੇ ਵਿੱਚ ਕਿੱਡੀ ਵੱਡੀ ਰੈਲੀ ਹੋਈ ਕਿਸਾਨਾਂ ਦੀ, ਮਹਾਂ ਪੰਚਾਇਤ ਜਿਹੜੀ ਹੋਈ, ਹੁਣ ਜਿਹੜਾ ਉਹ ਬੰਗਾਲ ਦੇ ਵਿੱਚ ਵੀ ਜਾ ਰਿਹਾ ਹੈਗਾ। ਇਸੇ ਗੱਲ ਨੂੰ ਲੈ ਕੇ ਕਿ ਜਿਹੜਾ ਕਾਨੂੰਨ ਆ ਉਹਦੀ ਮੁਹਿੰਮ, ਇਹਨੂੰ ਹੁਣ ਉਹਨਾਂ ਨੇ ਕੇਂਦਰ ਬਿੰਦੂ ਚ ਲੈ ਆਂਦਾ ਵੀ MSP ਦੇ ਉੱਪਰ ਜਿਹੜਾ ਕਾਨੂੰਨ ਆ ਉਹ ਬਣਾਇਆ ਜਾਵੇ, ਕਿਉਂਕਿ ਜਿਹੜੀਆਂ ਮੰਗਾਂ ਆ, ਜਿੱਥੇ 3 ਕਾਨੂੰਨਾਂ ਦੀ ਵਾਪਸੀ ਦੀ ਗੱਲ ਆ, ਉੱਥੇ MSP ਦੀ ਵੀ ਗੱਲ, ਹੋਰ ਕੋਈ ਚੌਥੀ ਪੰਜਵੀਂ ਗੱਲ ਹੀ ਨਹੀਂ ਹੈਗੀ। ਅੱਛਾ, ਮੈਂ ਇੱਥੇ ਇੱਕ ਗੱਲ ਹੋਰ ਸੋਚਦਾ ਪਿਆ ਸੀਗਾ। ਹੁਣ ਜਦੋਂ ਸਰਕਾਰ ਇਹ ਗੱਲ ਕਰਦੀ ਸੀ, ਸਰਕਾਰ ਕੀ ਕਹਿੰਦੀ ਸੀ ਜੀ, ਅਮਰੀਕਾ 'ਚ ਵੀ ਇਹੀ ਸਿਸਟਮ ਚੱਲਦਾ ਆ, ਉੱਥੇ ਵੀ ਖੇਤੀ ਸੈਕਟਰ ਆ, ਉੱਥੇ ਆਪਣੀ ਸੁਵਿਧਾ ਮੁਤਾਬਕ ਇਹ ਨਹੀਂ ਗੱਲ ਕਰੇਗੀ ਕਿ ਅਮਰੀਕਾ ਦੇ ਕਿਸਾਨਾਂ ਨੂੰ ਸਬਸਿਡੀ ਕਿੰਨੀ ਦਿੰਦੀ ਆ ਉੱਥੋਂ ਦੀ ਸਰਕਾਰ। ਫਿਰ ਕੈਨੇਡਾ ਦੀ ਗੱਲ ਕਰਦੇ ਹੋਏ ਕਹਿੰਦੇ ਜੀ ਟਰੂਡੋ ਸਾਹਿਬ ਇਹਨੂੰ ਲੈ ਕੇ ਤਾਂ ਬਿਆਨ ਦਿੰਦੇ ਆ, ਆਪ WTO ਦੀ ਮੀਟਿੰਗ ਦੇ ਵਿੱਚ ਕਹਿੰਦੇ ਆ ਕਿ MSP ਨਹੀਂ ਹੋਣੀ ਚਾਹੀਦੀ, ਖਤਮ ਕਰਨੀ ਚਾਹੀਦੀ, ਭਾਰਤ ਦੇ ਵਿਰੁੱਧ ਭੁਗਤਦੇ ਆ, ਉੱਥੇ ਇਹ ਦਾਅਵਾ ਕਰ ਦਿੱਤਾ ਜਾਂਦਾ। ਹੁਣ ਲੱਗਦਾ ਕਿ ਸੰਯੁਕਤ ਕਿਸਾਨ ਮੋਰਚੇ ਦੇ ਕੋਲ ਵੀ ਇੱਕ ਇਸੇ ਤਰੀਕੇ ਦਾ ਮੋੜਮਾ ਜਵਾਬ ਹੈਗਾ ਕਿ ਸਪੇਨ ਕਰ ਸਕਦਾ, ਫਰਾਂਸ ਕਰ ਸਕਦਾ, ਤੇ ਤੁਸੀਂ ਕਿਉਂ ਨਹੀਂ ਕਰ ਸਕਦੇ? ਬਿਲਕੁਲ, ਦੇਖੋ ਜਿਹੜੀ ਗੱਲ ਅਮਰੀਕਾ ਦੀ ਕੀਤੀ ਹੈ ਜਾਂ ਕੈਨੇਡਾ ਦੀ ਕੀਤੀ ਆ, ਉਹ ਜਿਹੜੇ ਦੇਸ਼ ਆ ਉਹ ਆਪਣੇ ਕਿਸਾਨਾਂ ਨੂੰ ਬਹੁਤ ਵੱਡੀਆਂ ਸਬਸਿਡੀਆਂ ਦਿੰਦੇ ਆ ਜੀ, ਤਾਂ ਹੀ ਉੱਥੇ ਜਿਹੜੀ ਕਿਸਾਨੀ ਆ ਉਹ ਬਚੀ ਹੋਈ ਆ। ਉਨੇ ਸਬਸਿਡੀਆਂ ਦੇ ਪੈਸੇ ਤਾਂ ਇੱਥੇ ਦੇ ਸਕਦੇ ਹੀ ਨਹੀਂ। ਜਿਹੜਾ WTO ਦਾ ਜਾਣੀ ਕਿ ਪ੍ਰੈਸ਼ਰ ਬਣਿਆ ਹੋਇਆ, ਉਸ ਪ੍ਰੈਸ਼ਰ ਦੇ ਤਹਿਤ ਹੀ ਉਹ ਕਹਿ ਰਹੇ ਆ ਵੀ ਜਿਹੜੀ ਤੁਸੀਂ ਕਿਸਾਨਾਂ ਨੂੰ ਪੰਜਾਬ 'ਚ ਮੁਫਤ ਬਿਜਲੀ ਦੇ ਰਹੇ, ਬੰਦ ਕਰੋ, ਕਿਉਂਕਿ ਉਹ ਚਾਹੁੰਦੇ ਆ ਵੀ ਖੇਤੀ ਸੈਕਟਰ ਦੇ ਵਿੱਚੋਂ ਜਿਹੜੇ ਕਿਸਾਨ ਆ ਉਹ ਬਾਹਰ ਆ ਜਾਣ, ਕਿਉਂਕਿ ਜਦੋਂ ਕਿਸਾਨਾਂ ਨੂੰ ਤੁਸੀਂ ਬਾਹਰ ਕੱਢੋਗੇ ਤਾਂ ਹੀ ਵੱਡੀਆਂ ਜਿਹੜੀਆਂ ਕੰਪਨੀਆਂ ਆ ਉਹ ਇਹਨੂੰ ਟੇਕ ਓਵਰ ਕਰਨਗੀਆਂ। ਇਹੋ ਜਿਹਾ ਮਾਹੌਲ ਹੌਲੀ ਹੌਲੀ ਜਿਹੜਾ ਉਹ ਸਿਰਜਿਆ ਜਾ ਰਿਹਾ ਹੈਗਾ। ਪਰ ਸਭ ਤੋਂ ਵੱਡੀ ਗੱਲ, ਜੇ ਇਹ ਜਿਹੜੀ ਮੁਹਿੰਮ ਹੁਣ ਸ਼ੁਰੂ ਕਰਨ ਲੱਗੇ ਆ, ਥੋੜੇ ਦਿਨਾਂ ਨੂੰ ਬਕਾਇਦਾ ਰਸਮੀ ਤੌਰ ਤੇ ਇਹਦਾ ਐਲਾਨ ਹੋ ਜਾਣਾ ਵੀ ਕਾਨੂੰਨ ਜਿਹੜਾ ਉਹ ਬਣਾਇਆ ਜਾਵੇ, ਇਹਦੀ ਬਕਾਇਦਾ ਮੁਹਿੰਮ ਚਲਾਈ ਜਾਣੀ ਆ ਸੰਯੁਕਤ ਮੋਰਚੇ ਵੱਲੋਂ 5 ਤਰੀਕ ਤੋਂ ਸ਼ੁਰੂ ਕਰ ਰਹੇ। ਹਾਂਜੀ, ਕਿਉਂਕਿ ਉਦੋਂ 100 ਦਿਨ ਵੀ ਇਹਨਾਂ ਦਾ ਜਿਹੜਾ ਉਹ ਪੂਰਾ ਹੋ ਜਾਣਾ। ਇੱਕ ਵੱਡਾ ਸਿਗਨਲ ਚਲੇ ਜਾਣਾ ਦੇਸ਼ ਵਿੱਚ। ਹੁਣ ਅੱਗੇ ਤਾਂ ਇਹ ਇਕੱਲੇ ਹਰਿਆਣੇ ਤੇ ਪੰਜਾਬ ਨੂੰ ਦਿੰਦੇ ਹੁੰਦੇ ਸੀ ਨਾ ਜੀ MSP, ਜਦੋਂ ਸਾਰੇ ਦੇਸ਼ ਦੇ ਕਿਸਾਨ ਮੰਗਣ ਲੱਗ ਪਏ, ਜਦੋਂ ਉਹਨੇ BJP ਦੇ ਗਲ 'ਚ ਅੰਗੂਠਾ ਦੇ ਦਿੱਤਾ ਤੇ ਇਹਨਾਂ ਨੂੰ ਕਾਨੂੰਨ ਵੀ ਬਣਾਉਣਾ ਪੈਣਾ, ਇਹਨਾਂ ਨੂੰ ਜਿਹੜੇ ਆਹ 3 ਕਾਨੂੰਨ ਆ ਇਹ ਵੀ ਵਾਪਸ ਲੈਣੇ ਪੈਣੇ ਆ। ਹਜੇ ਇਹ ਲੱਗਦਾ ਕਿ ਮੋਦੀ ਸਾਹਿਬ ਇਸ ਕਰਕੇ ਅੜੇ ਹੋਏ ਆ ਵੀ ਉਹ ਸੋਚਦੇ ਆ ਕਿ ਮਈ ਦੇ ਵਿੱਚ ਜਿਹੜੇ ਬੰਗਾਲ ਦੀਆਂ ਚੋਣਾਂ ਆਉਣੀਆਂ ਹੈਗੀਆਂ, ਉਹਦੇ ਰਿਜ਼ਲਟ ਦੇਖਣਗੇ ਉਹ ਕਿੱਦਾਂ, ਕਿਉਂਕਿ ਜੇ ਪਹਿਲਾਂ ਮੰਨ ਲੈਂਦੇ ਆ ਕਿਸਾਨਾਂ ਦੀਆਂ ਮੰਗਾਂ, ਇਹਦਾ ਮਤਲਬ ਸਰਕਾਰ ਹਾਰ ਗਈ। ਹਾਰਿਆ ਹੋਇਆ ਪ੍ਰਭਾਵ ਲੈ ਕੇ ਉਹ ਪੱਛਮੀ ਬੰਗਾਲ ਦੇ ਚੋਣ ਮੈਦਾਨ 'ਚ ਨਹੀਂ ਜਾਣਾ ਚਾਹੁੰਦੇ। ਉਹ ਜੇਤੂ ਤੇ ਆਕੜ ਵਾਲਾ ਜਾਂ ਹੰਕਾਰੀ ਵਾਲਾ ਜਿਹੜਾ ਉਹ ਹੀ ਆਪਣਾ ਪ੍ਰਭਾਵ ਕਾਇਮ ਰੱਖਣਾ ਚਾਹੁੰਦੇ ਆ। ਜਦ ਕਿ ਦੁਨੀਆ ਭਰ ਦੇ ਵਿੱਚ ਜੇ ਤੁਸੀਂ ਦੇਖੋ, ਵੱਡੇ ਵੱਡੇ ਮੁਲਕਾਂ ਦੇ ਜਿਹੜੇ ਮੈਂਬਰ ਪਾਰਲੀਮੈਂਟ, ਪ੍ਰਧਾਨ ਮੰਤਰੀ ਤੇ ਉੱਥੇ ਦੀਆਂ ਸਮਾਜਿਕ ਜਥੇਬੰਦੀਆਂ ਤੇ ਹੋਰ ਜਿਹੜੇ ਸ਼ਖਸੀਅਤਾਂ ਮੇਨ ਹੈਗੀਆਂ, ਜਿੰਨਾ ਮੈਂ ਕਹਿੰਦਾ ਵੀ 2014 ਤੋਂ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁਣੀ ਆਪਣਾ ਵਿਸ਼ਵ ਦਰਸ਼ਨ ਕਰਕੇ ਇੱਕ ਇਮੇਜ ਬਣਾਇਆ ਸੀ, ਉਹ ਸਾਰਾ ਇਸ ਅੰਦੋਲਨ ਨੇ ਰੋੜ ਕੇ ਰੱਖ ਦਿੱਤਾ। ਕਿਉਂਕਿ ਜਦੋਂ ਤੁਸੀਂ ਲੋਕਤੰਤਰ ਢੰਗ ਨਾਲ ਜਿਹੜਾ ਚਲਾਇਆ ਜਾ ਰਿਹਾ ਸੀ ਅੰਦੋਲਨ, ਉਹਨੇ ਇੰਨਾ ਪ੍ਰਭਾਵਿਤ ਕੀਤਾ ਦੁਨੀਆ ਨੂੰ ਬਈ ਉੱਥੇ ਵਰਲਡ ਮੀਡੀਆ ਦੀਆਂ ਨਜ਼ਰਾਂ ਇੱਥੇ ਟਿਕੀਆਂ ਹੋਈਆਂ, ਹੁਣ ਵੀ ਹੈਗੀਆਂ। ਉਹ ਇੱਕ ਜਿਹੜਾ षडयंत्र 26 ਦਾ ਰਚਿਆ ਗਿਆ, ਉਹਨੂੰ ਜੇ ਆਪਾਂ ਛੱਡ ਲਿਆ ਜਾਵੇ। ਹੁਣ ਗੱਲ ਇਹੋ ਹੀ ਆ ਗਈ ਵੀ ਜਦੋਂ ਦੁਨੀਆ ਦੇ ਵਿੱਚ ਤੁਹਾਡਾ ਪ੍ਰਭਾਵ ਜਿਹੜਾ
ਖਤਮ ਹੋ ਰਿਹਾ, ਪਰ ਦੇਸ਼ ਦੇ ਵਿੱਚ ਤੁਸੀਂ ਹਜੇ ਵੀ ਉਹੀ ਫਿਰਕੂ ਏਜੰਡੇ ਨੂੰ ਲੈ ਕੇ ਲੋਕਾਂ ਨੂੰ ਵੰਡਣ ਦਾ, ਜਾਤਾਂ ਪਾਤਾਂ ਦੇ ਵਿੱਚ, ਇੱਥੇ ਦੇਖੋ ਪੰਜਾਬ ਦੇ ਵਿੱਚ ਇਹਨਾਂ ਦਾ ਏਜੰਡਾ ਕਿੱਦਾਂ ਫੇਲ ਹੋਇਆ। ਇੱਥੇ ਦਲਿਤਾਂ ਤੇ ਜੱਟਾਂ ਨੂੰ ਲੜਾਉਣ ਦੀ ਕੋਸ਼ਿਸ਼ ਕੀਤੀ। ਉਹ ਹੁਣ ਬੀਤੇ ਦਿਨਾਂ ਤੋਂ ਜਿਹੜੀ ਮੁਹਿੰਮ ਚੱਲੀ, ਸ਼੍ਰੀ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਗਿਆ, ਉਹਨੇ ਸਾਰਾ ਕੁਛ ਇਹਨਾਂ ਦਾ ਏਜੰਡਾ ਜਿਹੜਾ ਉਹ ਫੇਲ ਕਰਕੇ ਰੱਖਤਾ। ਹੁਣ ਜਿਹੜੀ ਮਜ਼ਬੂਤੀ ਮਿਲੀ ਆ ਕਿਸਾਨ ਮੋਰਚੇ ਨੂੰ, ਸੰਯੁਕਤ ਮੋਰਚੇ ਨੂੰ, ਉਹ ਬਹੁਤ ਜ਼ਿਆਦਾ ਆ। ਤਾਂ ਹੀ ਹੁਣ ਤੁਸੀਂ ਦੇਖੋ ਵੀ 22 ਜਨਵਰੀ ਤੋਂ ਬਾਅਦ ਗੱਲ ਨਹੀਂ ਕੋਈ ਹੋਈ, ਮਹੀਨੇ ਤੋਂ ਉੱਪਰ ਟਾਈਮ ਹੋ ਗਿਆ। ਤੇ ਟਕੈਤ ਸਾਹਿਬ ਹੁਣਾਂ ਨੇ ਵੀ ਜਿਹੜੀ ਸੰਯੁਕਤ ਮੋਰਚੇ ਨੇ ਰਣਨੀਤੀ ਬਣਾਈ ਆ ਵੀ ਸਾਰੇ ਦੇਸ਼ ਵਿੱਚ ਜਾਓ, ਉਹ ਵੱਖ-ਵੱਖ ਦੇਸ਼ਾਂ 'ਚ ਜਾ ਰਿਹਾ ਤੇ ਇਸੇ ਮੁੱਦੇ ਨੂੰ ਵਾਰ ਰਿਹਾ ਕਿ ਅੱਗੇ ਤਾਂ ਤੁਸੀਂ MSP ਹਰਿਆਣੇ ਤੇ ਪੰਜਾਬ ਨੂੰ ਹੀ ਦਿੰਦੇ ਸੀ, ਇਕੱਲੇ 6% ਕਿਸਾਨਾਂ ਨੂੰ ਹੀ ਦਿੰਦੇ ਸੀ ਜੀ, ਹੁਣ ਸਾਰਾ ਦੇਸ਼ ਮੰਗੂਗਾ। ਤੇ ਜਦੋਂ ਇਹਨਾਂ ਦੀ ਸਿਆਸੀ ਜ਼ਮੀਨ ਥੱਲੇ ਖਿਸਕੀ, ਇਹਨਾਂ ਨੂੰ ਗੋਡਿਆਂ ਭਾਰ ਸਰਕਾਰ ਨੂੰ ਆਉਣਾ ਪਿਆ। ਕਿਉਂਕਿ ਸੰਯੁਕਤ ਕਿਸਾਨ ਮੋਰਚੇ ਨੇ ਬਲਬੀਰ ਸਿੰਘ ਰਾਜੇਵਾਲ ਹੋਰੀ ਜਦੋਂ ਪ੍ਰੈਸ ਕਾਨਫਰੰਸ ਕਰ ਰਿਹਾ ਸੀ, ਆ ਜਿਹੜੀ ਵੋਟ ਤੇ ਚੋਟ ਵਾਲੀ ਮੁਹਿੰਮ ਵਿੱਢੀ ਆ, ਉਹ ਕਿਹਾ ਵੀ ਹੈ ਕਿ ਜੇ ਇਹ ਸਰਕਾਰ ਜਿਹੜੀ ਹੈ ਚੋਣਾਂ ਦੀ ਭਾਸ਼ਾ ਸਮਝਦੀ ਹੈ, ਕੁਰਸੀ ਦੀ ਭਾਸ਼ਾ ਸਮਝਦੀ ਹੈ, ਵੋਟਾਂ ਦੀ ਭਾਸ਼ਾ ਸਮਝਦੀ ਹੈ, ਤੇ ਫਿਰ ਇਹਦੇ ਨਾਲ ਉਸੇ ਭਾਸ਼ਾ ਦੇ ਵਿੱਚ ਹੀ ਗੱਲ ਕੀਤੀ ਜਾਏਗੀ। ਦੁੱਖ ਦੀ ਰਗ ਦੇ ਉੱਤੇ ਅਸੀਂ ਜਿਹੜਾ ਉਹ ਹੱਥ ਧਰਾਂਗੇ, ਪ੍ਰਚਾਰ ਕਰਾਂਗੇ। ਮੇਰਾ ਖਿਆਲ ਹੈ ਕਿ ਇਹ ਚੋਣਾਂ ਏਡਾ ਵੱਡਾ ਇਸ਼ੂ ਹੈ ਇਸ ਪਾਰਟੀ ਲਈ, ਭਾਰਤੀ ਜਨਤਾ ਪਾਰਟੀ ਲਈ, ਕਿ ਇਸ ਸਮੇਂ ਬਾਕੀ 4 ਸੂਬਿਆਂ ਦੇ ਮੁਕਾਬਲਤਨ ਜਦੋਂ ਪੱਛਮੀ ਬੰਗਾਲ ਨੂੰ ਦੇਖਦੇ ਹਾਂ, ਪਤਾ ਲੱਗਦਾ 20 ਰੈਲੀਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਰਨੀਆਂ, 50 ਰੈਲੀਆਂ ਅਮਿਤ ਸ਼ਾਹ ਦੀਆਂ ਹੋਣਗੀਆਂ, 50 ਰੈਲੀਆਂ JP ਨੱਡਾ ਹੋਰਾਂ ਦੀਆਂ ਹੋਣਗੀਆਂ, ਔਰ ਪੂਰੀ ਜਿਹੜਾ ਲਾਮ ਲਸ਼ਕਰ ਹੋਏਗਾ ਬੰਗਾਲ 'ਚ ਹੀ ਤੈਨਾਤ ਰਹੇਗਾ। ਸੋ ਇਹ ਤਾਂ ਚੁਣਾਵੀ ਰਣਨੀਤੀ ਜਿਹੜੀ ਉਹ ਭਾਰਤੀ ਜਨਤਾ ਪਾਰਟੀ ਆਪਣੇ ਵੱਲੋਂ ਬਣਾ ਰਹੀ ਹੈ। ਪਰ ਇੱਕ ਚੀਜ਼ ਇਹ ਵੀ ਹੈ ਨੌਲੀ ਸਾਹਿਬ, ਜਦੋਂ ਅਸੀਂ MSP ਦੀ ਗੱਲ ਕਰਦੇ ਹਾਂ, ਪੰਜਾਬ ਦੇ ਤੇ ਹਰਿਆਣੇ ਦੇ ਕੋਈ 80 ਤੋਂ 90% ਕਿਸਾਨਾਂ ਨੂੰ MSP ਮਿਲਦੀ ਆ ਲਾਜ਼ਮੀ ਤੌਰ ਤੇ। UP ਦੇ ਵਿੱਚ ਸਿਰਫ 10% ਕਿਸਾਨਾਂ ਨੂੰ MSP ਮਿਲਦੀ ਆ, ਬਿਹਾਰ ਦੇ ਵਿੱਚ ਸਿਰਫ 1% ਕਿਸਾਨਾਂ ਨੂੰ MSP ਮਿਲਦੀ ਹੈ। ਕਈ ਸੂਬੇ ਤਾਂ ਇਦਾਂ ਦੇ ਆ ਜਿੱਥੋਂ ਦੇ ਕਿਸਾਨਾਂ ਨੇ ਕਦੀ MSP ਦੇ ਬਾਰੇ ਸੁਣਿਆ ਹੀ ਨਹੀਂ ਸੀ, ਜੋ ਦਾ ਲੱਗਦਾ ਸੀ, ਜਿੱਦਾਂ ਵਿਕਦਾ ਸੀ ਉਹਦਾ ਵੇਚ ਕੇ ਸਾਰ ਦਿੰਦੇ ਸੀ। ਹੁਣ ਜਿਹੜੀ ਅਲਖ ਜਗਾਈ ਗਈ ਹੈ, ਮੇਰਾ ਖਿਆਲ ਹੈ ਕਿ ਜਿੰਨਾ ਨਿਗਾਰ ਦੇ ਵਿੱਚ ਸੀ ਖੇਤੀ, ਜੇ ਅੰਦੋਲਨ ਸਫਲਤਾ ਨਾਲ ਖਤਮ ਹੁੰਦਾ, ਉਨਾ ਹੀ ਉਭਾਰ ਵੱਲ ਨੂੰ ਵੀ ਆ ਸਕਦੀ ਹੈ ਨਾ। ਬਿਲਕੁਲ ਬਿਲਕੁਲ। ਇਹ ਤਾਂ ਦੇਖੋ ਜਿਹੜਾ ਪੰਜਾਬ ਸਟੇਟ ਨੇ ਇਹਦੀ ਅਗਵਾਈ ਕੀਤੀ ਹੈ, ਕਿਉਂਕਿ ਇੱਥੇ ਇਹ 100% ਖੇਤੀ ਪ੍ਰਧਾਨ ਸੂਬਾ ਜੀ। ਪਰ ਇੱਥੇ ਆਪਾਂ ਇਹ ਗੱਲ ਵੀ ਮੈਂ ਕਰਨੀ ਚਾਹੁੰਦਾ ਵੀ ਖੇਤੀ ਪ੍ਰਧਾਨ ਸੂਬਾ ਹੋਣ ਦੇ ਬਾਵਜੂਦ ਵੀ ਇੱਥੇ ਕਿਸਾਨਾਂ ਦੀ ਹਾਲਤ ਉੱਦਾਂ ਦੀ ਨਹੀਂ ਜਿੱਦਾਂ ਦੀ ਹੋਣੀ ਚਾਹੀਦੀ ਸੀ। ਉਹਦਾ ਕਾਰਨ ਕੀ ਆ ਕਿ ਇੱਥੋਂ ਦੀਆਂ ਜਿਹੜੀਆਂ ਵੀ ਪਾਰਟੀ ਦੀਆਂ ਸਰਕਾਰਾਂ ਬਣੀਆਂ, ਚਾਹੇ ਸ਼੍ਰੋਮਣੀ ਅਕਾਲੀ ਦਲ ਦੀ ਬਣੀ ਸਰਕਾਰ, ਚਾਹੇ ਕਾਂਗਰਸ ਦੀ ਬਣੀ, ਕਿਸੇ ਨੇ ਵੀ ਕਿਸਾਨੀ ਨੂੰ, ਖੇਤੀਬਾੜੀ ਨੂੰ ਸੁਧਾਰਨ ਵੱਲ ਕੋਈ ਠੋਸ ਨੀਤੀ ਨਹੀਂ ਅਪਣਾਈ। ਇਹ ਗੱਲ ਕਹਿੰਦੇ ਰਹੇ ਆ ਹਰ ਕੋਈ ਕਿਸਾਨਾਂ ਦੀਆਂ ਵੋਟਾਂ ਲੈਣ ਦੇ ਲਈ ਕਿ ਅਸੀਂ ਕਰਜ਼ੇ ਮਾਫ ਕਰ ਦੇਵਾਂਗੇ। 2017 ਦਾ ਜਿਹੜਾ ਮੈਨੀਫੈਸਟੋ ਕਾਂਗਰਸ ਦਾ, ਉਹ ਨਹੀਂ ਕਿਹਾ ਵੀ ਸਾਰੇ ਕਰਜ਼ੇ ਮਾਫ ਕਰ ਦਿਆਂਗੇ। ਇੱਥੋਂ ਤੱਕ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀ ਵੀ ਤੁਸੀਂ ਥੋੜ੍ਹਾ ਸਮਾਂ ਹੋਰ ਅਟਕੋ। ਜਦੋਂ ਕਿ ਇਲੈਕਸ਼ਨਾਂ ਦੇ ਥੋੜ੍ਹੇ ਦਿਨ ਰਹਿ ਗਏ ਸੀ ਜਾਂ ਮਹੀਨੇ ਰਹਿ ਗਏ ਸੀ, ਮਹੀਨਾ ਕੀ ਰਹਿ ਗਿਆ ਸੀ, ਉਦੋਂ ਵੀ ਜਦੋਂ ਖੁਦਕੁਸ਼ੀਆਂ ਕਿਸਾਨ ਕਰਦੇ ਸੀ ਤਾਂ ਕਾਂਗਰਸ ਇਹੋ ਹੀ ਕਹਿ ਰਹੇ ਸੀ ਵੀ ਥੋੜ੍ਹਾ ਸਮਾਂ ਅਟਕੋ, ਅਸੀਂ ਸੱਤਾ 'ਚ ਆ ਜਾਣਾ ਤੇ ਅਸੀਂ ਸਾਰੇ ਕਰਜ਼ੇ ਮਾਫ ਕਰ ਦੇਂਗੇ। ਹੁਣ 4 ਸਾਲ ਹੋ ਗਏ ਆ, ਕਿਉਂਕਿ ਸਟੇਟ ਦੀ ਆਰਥਿਕ ਹਾਲਤ ਇੰਨੀ ਕਮਜ਼ੋਰ ਆ, ਇੰਨੇ ਪੈਸੇ ਸਰਕਾਰ ਦੇ ਕੋਲ ਹੈ ਹੀ ਨਹੀਂ ਸੀ ਜਿਹੜੇ ਉਹ ਮਾਫ ਕਰ ਸਕਦੇ, ਜਾਂ ਇਹਨਾਂ ਦੇ ਕੋਲ ਕੋਈ ਇੱਦਾਂ ਦੀ ਪਾਲਿਸੀ ਇਹਨਾਂ ਨੇ ਬਣਾਈ ਨਹੀਂ ਸੀਗੀ ਵੀ ਜਿਹੜਾ ਉਹਨੂੰ ਧਰਵਾਸ ਦੇ ਸਕਦੇ। ਕਿਆ ਇਹਨਾਂ ਨੇ ਸਾਰਾ ਕੁਛ ਹੀ ਸੀ, ਮੁੜ ਕੇ ਆ ਕੇ ਤਾਂ ਕਾਨੂੰਨ ਸਮਝਾਉਣ ਲੱਗ ਪੈਂਦੇ ਜੀ 2 ਏਕੜ ਤੋਂ ਵੱਧ ਨਹੀਂ ਕਰਨਾ। ਵੀ ਉਹ ਜਿਹੜੀ ਗੱਲ ਤੁਸੀਂ ਇਲੈਕਸ਼ਨਾਂ ਤੋਂ ਪਹਿਲਾਂ ਵੀ ਕਹਿ ਸਕਦੇ ਆ। ਉਹ ਕਈ ਵਾਰੀ ਉਹ ਕੁਝ ਕੰਪਨੀਆਂ ਪ੍ਰੋਡਕਟ ਵੇਚਦੀਆਂ ਨਾ, ਇੱਕ ਛੋਟਾ ਜਿਹਾ ਬਿੰਦੂ ਰੱਖ ਦਿੰਦੇ ਕਿ ਆਹ ਚੀਜ਼ ਫ੍ਰੀ, ਨਾਲ ਇੱਕ ਨਿੱਕਾ ਜਿਹਾ ਬਿੰਦੂ ਲਾਇਆ ਹੁੰਦਾ, ਥੱਲੇ ਲਿਖਿਆ ਹੁੰਦਾ ਕੰਡੀਸ਼ਨ ਅਪਲਾਈ। ਮਤਲਬ ਇਹਨਾਂ ਨੇ ਵੀ ਉਹ ਬਿੰਦੂ ਰੱਖਿਆ ਸੀਗਾ, ਕੰਡੀਸ਼ਨ ਅਪਲਾਈ ਬਾਅਦ ਚ ਕੀਤੀਆਂ, ਬਾਅਦ ਚ ਪਤਾ ਲੱਗਾ ਕਿ ਅਸਲ ਦੇ ਵਿੱਚ ਕਹਾਣੀ ਜਿਹੜੀ ਹੈ ਇਹ ਹੈ। ਪਰ ਹੁਣ ਤੁਸੀਂ ਸਿਆਸਤ ਦੀ ਗੱਲ ਕਰਤੀ ਹੈ, ਸੱਤਾ ਦੇ ਵਿੱਚ ਆਉਣ ਵਾਲੀਆਂ ਸਰਕਾਰਾਂ ਦੀ ਗੱਲ ਕਰਤੀ, ਪਾਰਟੀਆਂ ਦੀ ਗੱਲ ਕਰਤੀ, ਮੇਰਾ ਖਿਆਲ ਹੈ ਕਿ ਇਹਨਾਂ ਦੇ ਵੱਲ ਵੀ ਦੇਖ ਲਈਏ। ਜਦੋਂ ਅਸੀਂ ਗੱਲਬਾਤ ਸ਼ੁਰੂ ਕੀਤੀ, ਅਸੀਂ ਸਪੇਨ ਦੀ ਗੱਲਬਾਤ ਕੀਤੀ ਕਿ MSP ਦੀ ਗਰੰਟੀ ਕਿਵੇਂ ਮਿਲਦੀ। ਮਸਲਾ ਤਾਂ ਇਹ ਹੈ ਕਿ ਕਿਸਾਨਾਂ ਦੇ ਮੂਲ ਮੁੱਦੇ ਕਿਹੜੇ ਨੇ, ਉਹਨਾਂ ਦੀ ਲੜਾਈ ਦੇ ਵਿੱਚ ਕਿੰਨਾ ਕੁ ਤੁਸੀਂ ਨਾਲ ਖੜੇ ਹੋ, ਜਿਹੜੇ ਦਾਅਵੇ ਕਰਦੇ ਪਏ ਹੋ, ਤੇ ਤੁਹਾਡੀ ਸਰਕਾਰ ਜਿਹੜੀ ਸੂਬੇ ਦੇ ਵਿੱਚ ਹੈਗੀ ਆ ਉਹ ਕਿੱਥੇ ਖੜੀ ਨਜ਼ਰ ਆਉਂਦੀ ਹੈ। ਚਰਚਾ ਤਾਂ ਇਹਦੇ ਤੇ ਹੋਣੀ ਚਾਹੀਦੀ ਸੀਗੀ, ਪਰ ਚਰਚਾ ਇਸ ਵੇਲੇ ਵਿਧਾਨ ਸਭਾ ਦੇ ਬਜਟ ਇਜਲਾਸ ਦੌਰਾਨ ਕੀ ਹੋ ਰਹੀ ਹੈ, ਆ ਫਲਾਣੇ ਦਾ ਖਾਨਦਾਨ ਇਦਾਂ ਕਰਦਾ ਸੀਗਾ, ਧਮਕਾਨੇ ਦਾ ਖਾਨਦਾਨ ਇਦਾਂ ਕਰਦਾ ਸੀਗਾ, ਨਵੀਆਂ ਇਲਜ਼ਾਮ ਤਰਾਸ਼ੀਆਂ ਤੇ ਨਵੀਆਂ ਹੀ ਗਾਲਾਂ ਕੱਢ ਕੇ ਜਿਹੜੀਆਂ ਉਹ ਵਿਧਾਨ ਸਭਾ ਦੇ ਵਿੱਚ ਹਿੱਕਾਂ ਥਾਪੜੀਆਂ ਜਾ ਰਹੀਆਂ ਨੇ। ਇਹ ਪੋਲਿਟਿਕਸ ਜਿਹੜੀ ਆ ਉਹ ਇੰਨਾ ਕੁਝ ਹੋਣ ਦੇ ਬਾਵਜੂਦ ਵੀ ਅਜੇ ਉੱਥੇ ਹੀ ਖੜੀ ਨਜ਼ਰ ਆਉਂਦੀ ਹੈ। ਨੌਲੀ ਸਾਹਿਬ, ਇਹ ਕੀ ਇਹਦੇ ਵਿੱਚ ਉਮੀਦ ਤਾਂ ਰੱਖੀ ਸੀ ਅੰਦੋਲਨ ਸੁਧਾਰ ਦੇਗਾ?
ਇਹਨਾਂ ਸਿਆਸਤਦਾਨਾਂ ਨੂੰ, ਪਰ ਸੁਧਰੇ ਨਜ਼ਰ ਨਹੀਂ ਆ ਰਿਹਾ। ਦੇਖੋ, ਜਿਹੜਾ ਵਿਧਾਨ ਸਭਾ ਦਾ ਸੈਸ਼ਨ ਉਸ ਸਮੇਂ ਹੋ ਰਿਹਾ ਜਦੋਂ ਪੂਰਾ ਦੇਸ਼ ਦੇ ਕਿਸਾਨ ਤੇ ਖਾਸ ਕਰਕੇ ਸਪੈਸ਼ਲੀ ਪੰਜਾਬ ਤੇ ਹਰਿਆਣਾ ਇਹਦੇ ਕਿਸਾਨ ਅੰਦੋਲਨ ਦੇ ਵਿੱਚ ਲੱਗੇ ਹੋਏ ਆ ਤੇ ਸਾਰੀ ਦੁਨੀਆ ਦਾ ਧਿਆਨ ਉਹਨੇ ਆਪਣੇ ਵੱਲ ਖਿੱਚਿਆ ਹੋਇਆ ਜੀ। ਸਾਰੀ ਦੁਨੀਆ ਦਾ। ਇਹ ਏਡੇ ਹਾਲਾਤ ਪੈਦਾ ਹੋਣ ਦੇ ਬਾਵਜੂਦ ਵੀ ਜੇ ਪੋਲੀਟੀਕਲ ਪਾਰਟੀਆਂ ਵਿਧਾਨ ਸਭਾ ਦੇ ਵਿੱਚ ਉਸ ਅੰਦੋਲਨ ਦੀ ਚਰਚਾ ਕਰਨ ਦੀ ਬਜਾਏ ਤੁਸੀਂ ਆਪਣੀਆਂ ਨਿੱਜੀ ਖੁੰਦਕਾਂ ਕੱਢਦੇ ਆ ਤੇ ਇਦੋਂ ਮਾੜੀ ਕੋਈ ਗੱਲ ਹੋ ਨਹੀਂ ਸਕਦੀ। ਜੇ ਤੁਸੀਂ ਹੋਰ ਤਰੀਕੇ ਨਾਲ ਉਹਦੇ ਵਿਧਾਨ ਸਭਾ 'ਚ ਵਿਘਨ ਪਾਉਂਦੇ ਆ, ਇਦੋਂ ਮਾੜੀ ਕੋਈ ਗੱਲ ਹੋ ਨਹੀਂ ਸਕਦੀ, ਕਿਉਂਕਿ ਤੁਸੀਂ ਅੰਦੋਲਨ ਦੀ ਚਰਚਾ ਨਹੀਂ ਕਰ ਰਹੇ। ਜਾਣੀ ਕਿ ਤੁਸੀਂ ਕਿਸਾਨਾਂ ਦੀ ਜਿਹੜਾ ਐਡੇ ਵੱਡੀ ਉਹ, ਕਿਉਂਕਿ ਸਾਰੀਆਂ ਪਾਰਟੀਆਂ ਇਹੋ ਹੀ ਜਿਹੜੇ ਲੀਡਰ ਅੰਦਰ ਜਾ ਰਿਹਾ, ਚਾਹੇ ਜਿਹੜੀ ਮਰਜ਼ੀ ਪਾਰਟੀ ਦੇ, ਉਹ ਇਹੋ ਹੀ ਬਾਹਰ ਸਟੇਜਾਂ ਤੋਂ ਗੱਲ ਕਰ ਰਹੇ ਆ, ਆਪਾਂ ਆਪਣੇ ਮੰਚਾਂ ਤੋਂ, ਵੀ ਪੰਜਾਬ ਦੀ ਹੋਂਦ ਨੂੰ ਖਤਰਾ ਆ। ਤੇ ਫਿਰ ਜਿਹੜਾ ਮੰਚ ਜਿਹਦੇ ਲਈ ਤੁਹਾਨੂੰ ਚੁਣ ਕੇ ਭੇਜਿਆ, ਉੱਥੇ ਕਿਉਂ ਨਹੀਂ ਤੁਸੀਂ ਗੱਲ ਕਰ ਸਕਦੇ ਹੋ? ਬਿਲਕੁਲ। ਜਿੱਥੋਂ ਜਾਣੀ ਕਿ ਕਾਨੂੰਨ ਬਣਨੇ ਆ, ਜਿਸ ਗੱਲ ਦੇ ਉੱਤੇ ਅਮਲ ਕੀਤਾ ਜਾਣ ਦੇ ਨਾਲ ਸਥਿਤੀ ਸੁਧਰ ਸਕਦੀ ਆ, ਉਸ ਮੰਚ ਵਿੱਚ ਤੁਹਾਨੂੰ ਚਰਚਾ ਕਰਨ ਲਈ ਲੋਕਾਂ ਨੇ ਚੁਣਿਆ ਹੈਗਾ, ਨਾ ਕਿ ਖੱਪ ਪਾਉਣ ਲਈ। ਜੇ ਦੇਖੋ, ਖੱਪ ਬੰਦਾ ਉਦੋਂ ਪਾਉਂਦਾ ਜਾਂ ਗੁੱਸਾ ਉਦੋਂ ਆਉਂਦਾ ਜਦੋਂ ਤੁਹਾਡੇ ਕੋਲ ਦਲੀਲ ਮੁੱਕ ਜਾਂਦੀਆਂ। ਦਲੀਲਾਂ ਜਦੋਂ ਮੁੱਕ ਜਾਂਦੀਆਂ ਫਿਰ ਤੁਸੀਂ ਗੁੱਸੇ ਹੋ ਜਾਂਦੇ ਆ, ਅਗਲੇ ਦੇ ਗਲ ਪੈ ਜਾਂਦੇ ਆ। ਬਿਲਕੁਲ। ਉੱਥੇ ਤੁਹਾਨੂੰ ਵਿਚਾਰ ਚਰਚਾ ਲਈ ਭੇਜਿਆ ਲੋਕਾਂ ਨੇ ਚੁਣ ਕੇ। ਬੜੇ ਮਹਿੰਗਾ ਸਿਸਟਮ ਆ ਸਾਡਾ ਚੋਣ ਪ੍ਰਣਾਲੀ ਦਾ। ਕਰੋੜਾਂ ਰੁਪਏ, ਅਰਬਾਂ ਰੁਪਏ ਖਰਚ ਹੁੰਦੇ ਆ, ਉਹ ਲੋਕਾਂ ਦੇ ਹੀ ਖਰਚ ਹੁੰਦੇ ਆ, ਲੋਕਾਂ ਦੇ ਟੈਕਸ ਦੇ ਉੱਤੋਂ। ਕੈਪਟਨ ਸਾਹਿਬ ਨੇ ਕਿਹਾ ਸੀ ਇੱਕ ਦਿਨ ਦਾ 70 ਲੱਖ ਰੁਪਈਆ ਸ਼ਾਇਦ ਜਿਹੜਾ ਉਹ ਖਰਚ ਹੁੰਦਾ ਵਿਧਾਨ ਸਭਾ ਦੀ ਕਾਰਵਾਈ ਦੇ ਉੱਤੇ। ਤੇ ਉਹ ਤੁਸੀਂ ਰੌਲੇ ਰੱਪੇ ਦੇ ਵਿੱਚ 70 ਲੱਖ ਦਾ ਬੋਝ ਯਾਨੀ ਕਿ ਸਟੇਟ ਦੇ ਉੱਤੇ ਪਾ ਦਿੱਤਾ, ਜਿਸ ਕੰਮ ਲਈ ਤੁਹਾਨੂੰ ਭੇਜਿਆ ਸੀ ਤੁਸੀਂ ਤਾਂ ਗੱਲ ਹੀ ਨਹੀਂ ਕੀਤੀ। ਇਹ ਲੋਕਾਂ ਨੂੰ ਵੀ ਮੈਂ ਕਹਿੰਦਾ ਪੁੱਛਣਾ ਚਾਹੀਦਾ ਕਿ ਜਦੋਂ ਇਹ ਆਪੋ ਆਪਣੇ ਇਲਾਕਿਆਂ ਦੇ ਵਿੱਚ ਆਉਂਦੇ ਆ, ਵੀ ਤੁਹਾਨੂੰ ਕਿਸ ਕੰਮ ਲਈ ਭੇਜਿਆ ਤੇ ਤੁਸੀਂ ਉੱਥੇ ਕੀ ਕਰਕੇ ਕੀ ਆਏ ਆ। ਇਹ ਬਹੁਤ ਵੱਡਾ ਮਸਲਾ। ਉੱਥੇ ਸਾਰਾ ਮਾਹੌਲ ਜਿਹੜਾ ਇਦਾਂ ਸਿਰਜਿਆ ਜਾ ਰਿਹਾ, ਉਹ ਸਿਰਫ ਇਹਨਾਂ ਨੂੰ 2022 ਨਜ਼ਰ ਆਉਂਦਾ। ਕਿਸਾਨਾਂ ਦਾ ਅੰਦੋਲਨ ਇਹਨਾਂ ਨੂੰ ਨਜ਼ਰ ਨਹੀਂ ਆਇਆ ਹਜੇ ਤੱਕ ਵੀ। ਸ਼੍ਰੋਮਣੀ ਅਕਾਲੀ ਦਲ ਜਿਹੜਾ ਹੈਗਾ, ਕਿਸੇ ਵਿਸ਼ੇਸ਼ ਪਾਰਟੀ ਦੀ ਆਪਾਂ ਇਹ ਨਹੀਂ ਕਰਦੇ, ਪਰ ਉਸ ਪਾਰਟੀ ਨੂੰ ਸਭ ਤੋਂ ਵੱਡਾ ਖੋਰਾ ਲੱਗਿਆ ਜਦੋਂ ਉਹਨਾਂ ਦੀ ਜ਼ਮੀਨ ਥੱਲੇ ਖਿਸਕ ਗਈ, ਤਾਂ ਉਹਨਾਂ ਨੂੰ ਉੱਥੇ ਦੀ ਕੁਰਸੀ ਛੱਡਣੀ ਪਈ, ਕੇਂਦਰ ਦੀ ਵੀ, ਉਹ 'ਚੋਂ ਬਾਹਰ ਆਉਣਾ ਪਿਆ। ਬੀਜੇਪੀ ਦੇ ਨਾਲ ਜਿਹੜਾ ਸਭ ਤੋਂ ਲੰਬਾ ਇਹਨਾਂ ਦਾ ਗੱਠਜੋੜ ਸੀ, ਉਹ ਵੀ 24-25 ਸਾਲ ਦਾ ਇਹਨਾਂ ਨੂੰ ਛੱਡਣਾ ਪਿਆ, ਕਿਉਂਕਿ ਉਹ ਅੰਦੋਲਨ ਦਾ ਅਸਰ ਸੀਗਾ। ਅੰਦੋਲਨ ਦਾ ਅਸਰ ਹਜੇ ਮੁੱਕਿਆ ਨਹੀਂ ਹੈਗਾ। ਜੇ ਇਹਨਾਂ ਨੂੰ ਲੱਗਦਾ ਵੀ 26 ਦੀ ਘਟਨਾ ਤੋਂ ਬਾਅਦ ਸ਼ਾਇਦ ਢਿੱਲਾ ਪੈ ਗਿਆ, ਇਦਾਂ ਦੀ ਕੋਈ ਵੀ ਗੱਲ ਨਹੀਂ ਹੈਗੀ। ਅੰਦੋਲਨ ਦੇ ਵਿੱਚ ਲੋਕ ਉੱਦਾਂ ਹੀ ਜਾ ਰਹੇ ਆ, ਉੱਦਾਂ ਦਾ ਉਹਨਾਂ ਦਾ ਪ੍ਰਭਾਵ ਹੈਗਾ। ਇੱਕ ਸੋਸ਼ਲ ਮੀਡੀਆ ਦੇ ਉੱਤੇ ਜਿਹੜਾ ਪ੍ਰਭਾਵ ਛੱਡਿਆ ਜਾਂਦਾ, ਉਹ ਗੱਲਾਂ ਵੱਖਰੀਆਂ ਦੀਆਂ, ਜਿਹੜਾ ਹਕੀਕਤ ਤੇ ਆ ਗਿਆ ਜੀ। ਕਿਉਂਕਿ ਉੱਥੇ ਕਿਸਾਨ ਜਿਹੜੇ ਲੀਡਰਸ਼ਿਪ ਬੈਠੀ ਆ, ਉਹ ਇਸ ਧਰਾਤਲ ਦੇ ਨਾਲ ਜੁੜੀ ਹੋਈ ਬੈਠੀ ਆ ਜੀ, ਜਿਨ੍ਹਾਂ ਨੇ ਬਹੁਤ ਸਾਰਾ ਕੁਝ ਆਪਣੇ ਹੱਡੀ ਹੰਡਾਇਆ ਹੋਇਆ। ਪਰ ਇੱਥੇ ਦੀਆਂ ਪੰਜਾਬ ਦੀਆਂ ਰਾਜਨੀਤਿਕ ਪਾਰਟੀਆਂ ਨੂੰ, ਚਾਹੇ ਉਹ ਸੱਤਾਧਾਰੀ ਆ ਚਾਹੇ ਵਿਰੋਧੀ ਪਾਰਟੀਆਂ, ਉਹਨਾਂ ਨੂੰ 2022 ਹੀ ਦਿਸਦਾ ਕਿ 22 'ਚ ਅਸੀਂ ਆ ਜਾਣਾ, ਕੁਰਸੀ ਤੇ ਆ ਜਾਣਾ, ਫਿਰ ਅਸੀਂ ਪਤਾ ਨਹੀਂ ਕੀ ਕਰ ਦੇਣਾ। ਵੀ ਅੱਗੇ ਵੀ ਤੁਹਾਡੇ ਕੋਲ ਕੁਰਸੀਆਂ ਰਹੀਆਂ, ਅੱਗੇ ਤੁਸੀਂ ਕੀ ਕਰ ਲਿਆ। ਇਹ ਸਿਰਫ ਇੱਕ ਲੋਕਾਂ ਨੂੰ ਭੁਲੇਖਾ ਜਿਹੜਾ ਪਾਇਆ ਜਾਂਦਾ ਹੈਗਾ। ਬਿਲਕੁਲ, ਮੈਂ ਤਾਂ ਕਹਿੰਦਾ ਕਈ ਵੇਲੇ ਆਪਾਂ ਗੱਲ ਕਰਦੇ ਹਾਂ ਵੀ ਫਲਾਨੀ ਪਾਰਟੀ ਕਹਿੰਦੇ ਨਾਂ ਨਹੀਂ ਲੈਂਦੇ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ, ਉਦੋਂ ਤੋਂ ਪ੍ਰਧਾਨ ਨਹੀਂ ਸੀਗੇ, ਸੁਖਬੀਰ ਸਿੰਘ ਬਾਦਲ ਨੇ 2000 ਜਦੋਂ ਕੈਪਟਨ ਦੀ ਸਰਕਾਰ ਪਹਿਲੀ ਸੀਗੀ, ਦੁਆਰਾ ਸੱਤਾ ਦੇ ਵਿੱਚ ਆਏ ਜਦੋਂ, ਉਦੋਂ ਪਹਿਲਾਂ ਦੀ ਪ੍ਰਚਾਰ ਇਹੋ ਹੀ ਕੀਤਾ ਗਿਆ ਵੀ ਲਾਲ ਡੇਅਰੀ ਬਣਾ ਲਈ ਗਈ ਆ। ਉਹਨਾਂ ਅਫਸਰਾਂ ਦੇ ਨਾਂ ਲਿਖ ਲਿਆ ਜਿਨ੍ਹਾਂ ਨੇ ਅਕਾਲੀ ਵਰਕਰਾਂ ਦੇ ਉੱਤੇ ਤਸ਼ੱਦਦ ਕੀਤਾ। ਉਹ ਡੈਰੀ ਹੁਣ ਪਤਾ ਨਹੀਂ ਕਿੱਥੇ ਗਵਾਚ ਗਈ ਆ। ਉਹ ਨਵੀਂ ਡੈਰੀ ਹੁਣ ਸੁਖਬੀਰ ਬਾਦਲ ਹੁਣੀ ਫਿਰ ਲਾ ਲਈ ਆ, ਤੇ ਫਿਰ ਅਫਸਰਾਂ ਦੀਆਂ ਉੱਤੇ ਐਂਟਰੀਆਂ ਕਰਦੇ ਆ। ਨਹੀਂ, ਉਹ ਸਾਲ ਬਾਅਦ ਨਵੀਂ ਤਰੀਕ ਵਾਲੀ ਡਾਇਰੀ ਆ ਜਾਂਦੀ ਨਾ, ਮੇਰੇ ਖਿਆਲ ਉਹ ਸਿਸਟਮ ਵੀ ਹੋਣਾ ਆ ਕਿ ਹਰ ਸਾਲ ਬਦਲਣੀ ਪੈਂਦੀ ਹੈ, ਨਹੀਂ ਤਾਂ ਫਿਰ ਪੁਰਾਣੀਆਂ ਤਾਂ ਫਿਰ ਉਹ ਤਰੀਕਾਂ ਉਰਾ ਪਰਾਂ ਜਿਹੜੀਆਂ ਹੋ ਸਕਦੀਆਂ ਨੇ। ਅੱਛਾ, ਇੱਕ ਚੀਜ਼ ਜ਼ਰੂਰ ਹੈ, ਤੁਸੀਂ ਕਿਹਾ ਕਿ ਹਾਲੇ ਵੀ ਉਹੀ ਆ ਜਿਹੜਾ, ਜਾਂ ਤਾਂ ਬਹੁਤ ਮੋਟੀ ਚਮੜੀ ਦੇ ਹੈਗੇ ਨੇ ਸਾਡੇ ਸਿਆਸਤਦਾਨ, ਬਹੁਤ ਢੀਠ ਨੇ, ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ, ਜਾਂ ਇਹਨਾਂ ਦਾ ਚਸ਼ਮਾ ਜਿਹੜਾ ਆ ਇਹਨਾਂ ਨੂੰ ਸਿਰਫ ਸਿਆਸਤ ਹੀ ਦਿਖਾਉਂਦਾ, ਹੋਰ ਕੋਈ ਚੀਜ਼ ਜਿਹੜੀ ਆ ਉਹ ਦਿਖਾਉਂਦਾ ਨਹੀਂ। ਪਰ ਮੈਨੂੰ ਲੱਗਦਾ ਸੀ ਕਿ ਇਸ ਬਜਟ ਇਜਲਾਸ ਦੇ ਦੌਰਾਨ ਜਦੋਂ ਸਪੀਕਰ ਸਾਹਿਬ ਦੇ ਗੱਲਾਂ ਹੋਣਗੀਆਂ ਜਾਂ ਰਾਜਪਾਲ ਸਾਹਿਬ ਆਣ ਕੇ ਭਾਸ਼ਣ ਦੇਣਗੇ ਜਿਹਦੇ ਨਾਲ ਸ਼ੁਰੂਆਤ ਹੋਣੀ ਆ, ਘੱਟੋ ਘੱਟ ਉਹਦੇ ਵਿੱਚ ਮੂਲ ਮੁੱਦੇ ਜ਼ਰੂਰ ਸ਼ਾਮਲ ਹੋਣਗੇ। ਪਰ ਮੂਲ ਮੁੱਦਿਆਂ ਨੂੰ ਲੈ ਕੇ ਵੀ ਪ੍ਰਸ਼ਨ ਚਿੰਨ੍ਹ ਲੱਗ ਜਾਂਦੇ ਆ ਕਿ ਪਾਣੀਆਂ ਦਾ ਮੁੱਦਾ ਕਿੱਥੇ ਖੜਾ ਆ। ਉਹ ਜਿਹੜੇ ਬਿੱਲ ਦੇ ਖਿਲਾਫ ਮਤੇ ਪਗਾ ਕੇ, ਕਾਨੂੰਨਾਂ ਦੇ ਖਿਲਾਫ ਮਤੇ ਪਗਾ ਕੇ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੇ ਵਿੱਚ ਰਾਜਪਾਲ ਕੋਲ ਭੇਜੇ ਗਏ ਸੀ, ਉਹ ਕਿੱਥੇ ਕੁ ਜਾ ਕੇ ਗੱਲ ਖੜੀ ਆ, ਉਹ ਹੋਏਗਾ।
ਰਾਜਪਾਲ ਸਾਹਿਬ ਤਾਂ ਜਿਹੜੇ ਉਹ ਕਹਿ ਦਿੰਦੇ ਆ ਕਿ ਭਾਈ ਮੇਰੇ ਵੱਲੋਂ ਚਲੇ ਗਿਆ ਰਾਸ਼ਟਰਪਤੀ ਤੱਕ, ਪਰ ਆਪ ਕਹਿੰਦੀ ਆ ਕਿ ਉਹਨਾਂ ਦਾ ਜ਼ਿਕਰ ਨਹੀਂ ਛੇੜਿਆ, ਪਾਣੀਆਂ ਦਾ ਮੂਲ ਮੁੱਦਿਆਂ ਦਾ ਜ਼ਿਕਰ ਤਾਂ ਛੇੜਿਆ ਹੀ ਨਹੀਂ ਗਿਆ, ਗੱਲ ਫਿਰ ਉੱਥੇ ਹੀ ਆਣ ਕੇ ਅਟਕ ਜਾਂਦੀ ਆ। ਆਪਣੀ ਜਸਵੀਰ ਜੀ, ਸਭ ਤੋਂ ਵੱਡੀ ਗੱਲ ਤਾਂ ਇਹ ਆ ਵੀ ਜਿਹੜਾ ਰਾਜਪਾਲ ਦਾ ਭਾਸ਼ਣ ਹੁੰਦਾ ਉਹ ਰਾਜਪਾਲ ਕੋਈ ਰਾਜ ਭਵਨ ਚੋਂ ਤਿਆਰ ਕਰਕੇ ਨਹੀਂ ਲਿਆਉਂਦਾ ਜੀ। ਉਹ ਸਰਕਾਰ ਦਾ, ਜਿਹੜੀ ਸਰਕਾਰ ਰਾਜ ਕਰ ਰਹੀ ਹੁੰਦੀ ਆ, ਜਿਹੜੀ ਪਾਰਟੀ ਰਾਜ ਕਰ ਰਹੀ ਹੁੰਦੀ ਆ, ਉਹਦੇ ਵੱਲੋਂ ਤਿਆਰ ਕੀਤਾ ਜਾਂਦਾ ਭਾਸ਼ਣ। ਉਹ ਜੇ ਉਹ ਗੱਲਾਂ ਉਹਦੇ ਵਿੱਚ ਨਹੀਂ ਹੈਗੀਆਂ ਜਾਂ ਨਹੀਂ ਸੀਗੀਆਂ, ਇਹਦਾ ਮਤਲਬ ਤੁਹਾਡੀ ਨੀਅਤ ਦੇ ਵਿੱਚ ਖੋਟ ਹੈਗੀ, ਕਿਉਂਕਿ ਉਹ ਭਾਸ਼ਣ ਰਾਜਪਾਲ ਨੇ ਸਿਰਫ ਪੜ੍ਹਨਾ ਹੁੰਦਾ ਇੱਕ ਸੰਵਿਧਾਨਕ ਅਹੁਦੇ ਤੇ ਹੁੰਦਿਆਂ ਹੋਇਆ ਕਿ ਮੇਰੀ ਸਰਕਾਰ, ਉਹ ਜਿੱਦਾਂ ਉਹਦਾ ਲਹਿਜਾ ਹੁੰਦਾ ਭਾਸ਼ਣ ਦਾ ਇੱਕ ਰਸਮੀ ਤੌਰ ਤੇ, ਵੀ ਮੇਰੀ ਸਰਕਾਰ ਆਹ ਕਰਦੀ ਹੈ, ਮੇਰੀ ਸਰਕਾਰ ਨੇ ਆਹ ਕੀਤਾ। ਤੇ ਉਸ ਭਾਸ਼ਣ ਦੇ ਵਿੱਚ ਇਹ ਜ਼ਿਕਰ ਨਹੀਂ ਸੀਗਾ ਕਿ ਮੇਰੀ ਸਰਕਾਰ ਨੇ ਉਹ ਬਿੱਲਾਂ ਦਾ ਕੀ ਕੀਤਾ। ਜਿਹੜੇ ਬਿੱਲ ਰਾਜਪਾਲ ਨੂੰ ਪਾਸ ਕਰਕੇ ਭੇਜੇ ਗਿਆ ਸੀ, ਬੇਸ਼ੱਕ ਉਹਨੇ ਕਹਿ ਦਿੱਤਾ ਹੈਗਾ, ਪਰ ਉਸ ਭਾਸ਼ਣ ਦੇ ਵਿੱਚ ਉਹਦਾ ਜ਼ਿਕਰ ਜਿਹੜਾ ਹੈਗਾ ਉਹ ਜ਼ਰੂਰ ਹੋਣਾ ਚਾਹੀਦਾ ਸੀ। ਜੇ ਇਸ ਮੁੱਦੇ ਦੇ ਉੱਤੇ ਪੰਜਾਬ ਨੇ ਵੱਡਾ ਸੰਤਾਪ ਭੋਗਿਆ ਹੈਗਾ, ਪਾਣੀਆਂ ਦਾ ਮਸਲਾ, ਪੰਜਾਬੀ ਬੋਲਦੇ ਇਲਾਕੇ, ਪੰਜਾਬੀ ਭਾਸ਼ਾ ਨੂੰ ਲਾਗੂ ਕਰਨ ਦੇ ਮਸਲੇ, ਉਹ ਤਾਂ ਹੁਣ ਇਹਨਾਂ ਦੇ ਚਿੱਤ ਚੇਤਿਆਂ ਚੋਂ ਵਿਸਰ ਚੁੱਕੇ ਆ। ਇਹ ਸਿਰਫ ਇਲੈਕਸ਼ਨਾਂ ਦੇ ਦੁਆਲੇ ਹੀ ਇਹਨਾਂ ਨੂੰ ਸਾਰੀਆਂ ਪਾਰਟੀਆਂ ਨੂੰ ਚੇਤਾ ਆਉਂਦਾ, ਉਦੋਂ ਇਹ ਤੱਤੀਆਂ ਗੱਲਾਂ ਕਰਕੇ ਲੋਕਾਂ ਦੇ ਜਜ਼ਬਾਤਾਂ ਨੂੰ ਭੜਕਾ ਕੇ ਵੋਟਾਂ ਹਾਸਲ ਕਰਦੇ ਨੇ। ਪਰ ਹੁਣ ਜਿਹੜਾ ਮੈਨੂੰ ਇਹ ਭਰੋਸਾ ਇਸ ਗੱਲ ਦਾ ਹੈਗਾ ਕਿ ਅੰਦੋਲਨ ਨੇ ਲੋਕਾਂ ਦੇ ਮਨਾਂ ਨੂੰ ਬਦਲ ਦਿੱਤਾ ਹੈਗਾ। ਲੋਕ ਹੁਣ ਇੱਕ ਨਵੀਂ ਤਰ੍ਹਾਂ ਦੀ ਜਿਹੜੀ ਆ ਉਹ ਪੰਜਾਬ ਦੀ ਲੀਡਰਸ਼ਿਪ 'ਚ ਸਿਰਜਣਾ ਕਰਨਗੇ, ਰਾਜਸੀ ਸੱਤਾ ਦੇ ਵਿੱਚ ਤਬਦੀਲੀ ਦੀ, ਤੇ ਉੱਥੋਂ ਜਿਹੜਾ ਜਾਗ ਲਾ ਕੇ ਪੰਜਾਬ 'ਚ ਆਉਣਾ ਹੈਗਾ, ਉਹ ਇੱਕ ਵੱਡੀ ਤਬਦੀਲੀ ਦਾ ਜਿਹੜਾ ਸੰਕੇਤ ਆ ਉਹ ਦਊਗਾ, ਇਹ ਸਾਡਾ ਯਕੀਨ ਹੈਗਾ। ਮੈਂ ਨਾ ਕੇਂਦਰੀ ਧੁਰਾ ਨਾਲ ਗੱਲਬਾਤ ਦਾ ਉਹੀ ਰੱਖਣਾ ਚਾਹੁੰਦਾ ਸੀਗਾ, ਇਹ ਐਮਐਸਪੀ ਦੇ ਉੱਤੇ ਅੰਦੋਲਨ ਦੇ ਨਾਲ ਸਿਆਸਤ, ਦੋਨੋਂ ਚੀਜ਼ਾਂ ਦੇ ਉੱਤੇ। ਪਰ ਆ ਜਿਹੜਾ ਤੁਸੀਂ ਜ਼ਿਕਰ ਛੇੜਦਾ, ਮੈਨੂੰ ਲੱਗਦਾ ਕਿ ਹੋ ਸਕਦਾ ਵਿਸ਼ੇ ਤੋਂ ਥੋੜਾ ਜਿਹਾ ਹਟ ਕੇ ਵੀ ਹੋਵੇ, ਪਰ ਬਹੁਤ ਮਹੱਤਵਪੂਰਨ ਹੋ ਜਾਂਦਾ। ਜਿੱਦਾਂ ਦੀਆਂ ਪੰਜਾਬ ਦੀਆਂ ਸਥਿਤੀਆਂ ਸਿਆਸੀ ਤੌਰ ਤੇ ਇਸ ਵੇਲੇ ਬਣੀਆਂ ਹੋਈਆਂ, ਤੁਸੀਂ ਕਿਹਾ ਕਿ ਇੱਕ ਨਵਾਂ ਕੁਝ ਬਦਲ ਨਿਕਲ ਕੇ ਆਏਗਾ, ਕਿ ਇਸ ਗੱਲ ਦੀ ਉਮੀਦ ਰੱਖਦੇ ਹੋ ਤੁਸੀਂ ਕਿ ਅੰਦੋਲਨ ਦੇ ਵਿੱਚੋਂ ਕੋਈ ਸਿਆਸੀ ਧਿਰ ਉੱਭਰ ਕੇ ਨਿਕਲ ਕੇ ਸਾਹਮਣੇ ਆਏਗੀ, ਜਿਹੜੀ ਪੰਜਾਬ ਦੀ ਦਸ਼ਾ ਤੇ ਦਿਸ਼ਾ ਤਬਦੀਲ ਕਰਨ ਲਈ ਆਉਣ ਵਾਲੇ ਸਮੇਂ 'ਚ ਕਾਰਜਸ਼ੀਲ ਹੋਏਗੀ, ਜਾਂ ਇਹਨਾਂ ਸਿਆਸੀ ਧਿਰਾਂ ਦੇ ਵਿੱਚੋਂ ਹੀ ਕੋਈ ਬਦਲ ਲੱਭਦੇ ਹੋ ਕਿ ਇਹਨਾਂ ਦੇ ਵਿੱਚੋਂ ਕੋਈ ਵੱਖਰੀ ਧਿਰ ਨਿਕਲੇਗੀ, ਉਹ ਪੰਜਾਬ ਦੀ ਦਸ਼ਾ ਦਿਸ਼ਾ ਜਿਹੜੀ ਉਹ ਤੈਅ ਵੀ ਕਰੇਗੀ ਤੇ ਸੁਧਾਰੇਗੀ ਵੀ? ਦੇਖੋ ਜਸਵੀਰ ਜੀ, ਅੰਨਾ ਅੰਦੋਲਨ ਦੇ ਵਿੱਚੋਂ ਜਿਹੜੀ ਆ ਉਹ ਆਮ ਆਦਮੀ ਪਾਰਟੀ, ਜਿਹੜਾ ਕੇਜਰੀਵਾਲ ਨਿਕਲਿਆ ਸੀ ਜੀ, ਸੱਤਾ, ਉਹਦੇ ਵਿੱਚੋਂ ਜੇ ਰਾਜਸੀ ਲੀਡਰਸ਼ਿਪ ਉੱਭਰਦੀ ਆ, ਕੋਈ ਮਾੜੀ ਗੱਲ ਨਹੀਂ ਹੈਗੀ। ਕਿਉਂਕਿ ਕੇਜਰੀਵਾਲ ਦਾ ਜੇ ਤੁਸੀਂ ਭਾਸ਼ਣ ਪਹਿਲਾਂ ਸਹੁੰ ਚੁੱਕ ਵਾਲਾ ਸੁਣਿਆ ਹੋਣਾ, ਤੇ ਉਹ ਕਹਿੰਦੇ ਸੀ ਮੈਂ ਅੰਨਾ ਹਜ਼ਾਰੇ ਨੂੰ ਸਮਝਾਇਆ ਕਿ ਜੇ ਗੰਦਗੀ ਸਾਫ਼ ਕਰਨੀ ਤਾਂ ਗੰਦਗੀ 'ਚ ਵੜਨਾ ਪੈਣਾ। ਉਹਨਾਂ ਦਾ ਮਤਲਬ ਇਹ ਸੀ ਵੀ ਜੇ ਰਾਜਨੀਤੀ ਦੇ ਵਿੱਚ ਭ੍ਰਿਸ਼ਟਾਚਾਰ ਹੈਗਾ ਜਾਂ ਇਹ 'ਚ ਕੋਈ ਊਣਤਾਈਆਂ ਹੈਗੀਆਂ, ਜੇ ਇਹਨੂੰ ਠੀਕ ਕਰਨਾ ਤੇ ਇਹਦੇ ਵਿੱਚ ਆਉਣਾ ਪੈਣਾ ਆ। ਤੇ ਜੇ ਜਿਹੜੀਆਂ ਪਾਰਟੀਆਂ ਤੁਸੀਂ, ਜਿਹੜੇ ਹੁਣ ਰਾਜਨੀਤਿਕ ਸਿਸਟਮ ਰਵਾਇਤੀ ਪਾਰਟੀਆਂ ਬਣੀਆਂ ਹੋਈਆਂ, ਆਮ ਆਦਮੀ ਪਾਰਟੀ ਦਾ ਉਭਾਰ ਵੀ ਪੰਜਾਬ ਵਿੱਚ ਤੀਜੇ ਬਦਲ ਦੇ ਵਜੋਂ ਹੀ ਲੋਕਾਂ ਨੇ ਦੇਖਿਆ ਸੀ ਵੀ ਚਲੋ ਦੋਨਾਂ ਨੂੰ ਤਾਂ ਪਰਖ ਲਿਆ, ਇੱਕ ਜਿਹੜਾ ਉਹ ਚਾਹੁੰਦੇ ਆ ਕੋਈ ਬਦਲ, ਜਿਹੜਾ ਕਿ ਬਦਲ ਉਹ ਬਣ ਨਹੀਂ ਸਕੇ। ਪਰ ਅਜੇ ਇੱਥੇ ਸਾਰੀਆਂ ਸੰਭਾਵਨਾਵਾਂ ਮੌਜੂਦ ਆ, ਲੋਕੀ ਇਹ ਖਲਾਅ ਹੈਗਾ ਰਾਜਨੀਤੀ ਦੇ ਵਿੱਚ, ਉਹ ਖੱਪਾ ਜਿਹੜਾ ਆ ਉਹ ਭਰਿਆ ਜਾਣਾ, ਭਰਨ ਦੀ ਲੋੜ ਵੀ ਹੈਗੀ ਆ ਤੇ ਭਰਨਾ ਚਾਹੀਦਾ ਵੀ ਆ। ਜੇ ਲੀਡਰਸ਼ਿਪ ਉੱਥੋਂ ਚੰਗੀ ਉੱਭਰਦੀ ਹੈ, ਜਿਹਦੀ ਉਮੀਦ ਹੈਗੀ ਆ, ਜੇ ਇਹ ਏਕਾ ਆਪਣਾ ਕਾਇਮ ਰੱਖਦੇ ਆ, ਹਾਲਾਂਕਿ ਰਾਜਨੀਤਿਕ ਬੜੀਆਂ ਸੰਭਾਵਨਾ ਹੁੰਦੀਆਂ ਕਿ ਕਦੋਂ ਵੀ ਕੀ ਹੋ ਜਾਂਦਾ। ਜਦੋਂ ਬੇਅਦਬੀ ਦਾ ਮੁੱਦਾ ਹੋਇਆ ਸੀ ਤੇ ਬਿਲਕੁਲ ਰਾਜਨੀਤੀ ਜਿਹੜੀ ਆ ਉਹ ਚੇਂਜ ਹੋ ਗਈ, ਜਿਹੜੀ 10 ਸਾਲ ਤੋਂ ਸੱਤਾ ਸੰਭਾਲੀ ਹੋਈ ਸੀ, ਜਿਹੜੇ ਕਹਿੰਦੇ ਵੀ 25 ਸਾਲ ਰਾਜ ਕਰਨਾ, ਤੇ ਮੁੜ ਕੇ ਉਹ ਵਿਰੋਧੀ ਧਿਰ ਵੀ ਨਹੀਂ ਸੀ ਬਣ ਸਕੇ। ਇਸ ਕਰਕੇ ਸੰਭਾਵਨਾ ਤਾਂ ਬਣੀਆਂ ਹੁੰਦੀਆਂ, ਪਰ ਹੁਣ ਜਿਹੜਾ ਇਹ ਅੰਦੋਲਨ ਹੀ ਏਡਾ ਵੱਡਾ ਹੋ ਗਿਆ ਵੀ ਇਹ ਸਾਰੇ ਲੋਕ ਜਿਹੜੇ ਪੰਜਾਬ ਦੇ ਪਿੰਡਾਂ ਦੇ ਵਿੱਚੋਂ, ਜਿਹੜੇ ਅੱਗੇ ਧੜੇਬੰਦੀਆਂ 'ਚ ਵੰਡੇ ਹੋਏ ਸੀਗੇ, ਉਹ ਇੱਕ ਹੋ ਗਏ ਆ। ਜਿਹੜੇ ਕਹਿੰਦੇ ਸੀ ਵੀ ਅਸੀਂ ਕਿਸੇ ਨੂੰ ਦੇਖਣਾ ਨਹੀਂ, ਉਹ ਹੁਣ ਇਕੱਠੇ ਟਰਾਲੀਆਂ 'ਚ ਬਹਿ ਕੇ ਜਾਂਦੇ ਆ। ਇਹ ਜਿਹੜਾ ਏਕਾ ਹੋਇਆ, ਇਹ ਉਹ ਲੋਕਾਂ ਨੂੰ ਮਹਿਸੂਸ ਹੋਣ ਲੱਗ ਪਿਆ ਵੀ ਸਾਡੇ 'ਚ ਵੰਡੀਆਂ ਕਿਹਨੇ ਪਾਈਆਂ ਸੀ, ਸਾਨੂੰ ਦੂਰ ਦੂਰ ਇੱਕ ਦੂਜੇ ਤੋਂ ਕਾਰ ਕੌਣ ਰਿਹਾ ਸੀ। ਇਹ ਇੱਕ ਵੱਡੀ ਸਿਫਤੀ ਤਬਦੀਲੀ ਲੋਕਾਂ ਦੇ ਮਨਾਂ 'ਚ ਉੱਥੇ ਜਿਹੜੀ ਆਈ ਹੈਗੀ ਆ, ਕਿਉਂਕਿ ਪੰਜਾਬ ਬੜੇ ਲੰਮੇ ਸਮੇਂ ਤੋਂ ਇੱਕ ਬੌਧਿਕ ਕੰਗਾਲੀ ਦਾ ਸ਼ਿਕਾਰ ਹੋ ਚੁੱਕਾ ਸੀ।
ਜਾਂ ਉੱਦਾਂ ਦੇ ਲੋਕਾਂ ਨੂੰ ਮੋਹਰੇ ਆਉਣ ਨਹੀਂ ਸੀ ਦਿੱਤਾ ਜਾਂਦਾ। ਅੰਦੋਲਨ ਨੇ ਇੱਕ ਵੱਡਾ ਮੌਕਾ ਜਿਹੜਾ ਉਹ ਮੁਹੱਈਆ ਕਰਵਾਇਆ ਹੈਗਾ। ਇਹ 'ਚ ਕੋਈ ਸ਼ੱਕ ਨਹੀਂ ਕਿ ਉੱਥੋਂ ਜੇ ਉਹ ਇੱਕ ਵੱਡੀ ਕਮਜ਼ੋਰੀ ਜਾਂ ਨਲਾਇਕੀ ਹੋਊਗੀ ਜੇ ਲੀਡਰਸ਼ਿਪ ਉੱਥੋਂ ਉੱਭਰ ਕੇ ਸਾਹਮਣੇ ਨਹੀਂ ਆਉਂਦੀ ਜਿਹੜੀ ਪੰਜਾਬ ਨੂੰ ਬਚਾ ਸਕਦੀ। ਜੇ ਐਡਾ ਵੱਡਾ ਅੰਦੋਲਨ ਖੜਾ ਕੀਤਾ ਜਾ ਸਕਦਾ ਤੇ ਸੱਤਾ ਕੋਈ ਐਡੀ ਵੱਡੀ ਗੱਲ ਨਹੀਂ ਹੈਗੀ, ਤੇ ਸੱਤਾ ਚੰਗੇ ਬੰਦਿਆਂ ਨੂੰ ਅੱਗੇ ਲਿਆਉਣਾ ਚਾਹੀਦਾ। ਬਿਲਕੁਲ। ਹੁਣ ਦੂਜੀਆਂ ਪਾਰਟੀਆਂ ਵੀ ਇਹੋ ਰੌਲਾ ਕਿਉਂ ਪਾ ਰਹੀਆਂ ਵੀ ਇਹਦੇ ਵਿੱਚੋਂ ਜੀ ਰਾਜਨੀਤਿਕ ਪਾਰਟੀ ਨਿਕਲਣੀ ਹੈ ਤਾਂ ਲੜ ਰਿਹਾ। ਨਿਕਲਣੀ ਕਿਉਂ ਨਹੀਂ ਚਾਹੀਦੀ? ਉਹ 'ਚ ਮਾੜਾ ਕੀ ਹੈ ਗੱਲ? ਜੇ ਚੰਗੀ ਮੁਕਾਬਲਾ ਵੱਜ ਜਾਏਗਾ। ਬਿਲਕੁਲ ਉਹੀ ਗੱਲ ਹੈ ਵੀ ਇਹ ਜਾਣੀ ਕਿ ਤੁਹਾਨੂੰ ਚੋਰਾਂ ਨੂੰ ਸੌਂਪਿਆ ਹੈਗਾ ਵੀ ਤੁਸੀਂ ਹੀ ਲੁੱਟਣਾ ਹੈਗਾ। ਜਿਹੜੇ ਚੰਗੇ ਬੰਦੇ ਆ, ਚੰਗਾ ਤੁਸੀਂ ਕੋਈ ਵਿਜ਼ਨ ਹੈਗਾ, ਉਹ ਕਦੇ ਵੀ ਤੁਸੀਂ ਦੇਖੋ। ਇੱਕ ਜਿਹੜਾ ਹੋਰ ਮੈਂ ਗੱਲ ਕਰਨੀ ਚਾਹਾਂਗਾ, ਪੰਜਾਬ ਦੇ ਵਿੱਚ ਇੱਕ ਬੜਾ ਵੱਡਾ ਭਰਮ ਪਾਲਿਆ ਜਾਂਦਾ ਜਾਂ ਰਾਜਨੀਤਿਕ ਪਾਰਟੀਆਂ ਤਾਂ ਪੇਸ਼ ਕੀਤੀਆਂ ਜਾਂਦੀਆਂ ਕਿ ਪੰਜਾਬ ਦਾ ਮੁੱਖ ਮੰਤਰੀ ਦਾ ਚਿਹਰਾ ਸਿੱਖ ਹੋਣਾ ਚਾਹੀਦਾ। ਮੈਂ ਧਰਮ ਵਿਸ਼ੇਸ਼ ਦੀ ਗੱਲ ਨਹੀਂ ਕਰਦਾ, ਇਹ ਜਿੱਦਾਂ ਦਾ ਭਰਮ ਪਾਲਿਆ ਵੀ ਜੱਟ ਹੋਣਾ ਚਾਹੀਦਾ। ਥੋੜੇ ਜਿਹੇ ਸਮੇਂ ਨੂੰ ਛੱਡ ਲਿਆ ਜਾਵੇ ਤੇ ਇਹ ਹਮੇਸ਼ਾ ਸਿੱਖਾਂ ਤੇ ਜੱਟਾਂ ਕੋਲ ਰਿਹਾ। ਤੇ ਪੰਜਾਬ ਦੇ ਹਾਲਾਤ ਦੇਖੋ ਕੀ ਹੈ, ਜੱਟਾਂ ਦੇ ਹਾਲਾਤ ਕੀ ਹੈ। ਇਹਦਾ ਮਤਲਬ ਉਹਨੇ ਤਾਂ ਸੁਧਾਰਿਆ ਕੁਛ ਨਹੀਂ। ਜਿਹੜਾ ਵੀ ਸੱਤਾ ਤੇ ਬੈਠਦਾ ਉਹ ਹਮੇਸ਼ਾ ਪੰਜਾਬ ਨੂੰ ਲੁੱਟਣ ਦੇ ਲਈ ਬਹਿ ਜਾਂਦਾ ਤੇ ਕਸਰ ਕੋਈ ਨਹੀਂ ਛੱਡਦਾ। ਤੇ ਇਹੋ ਜਿਹੇ ਹਾਲਾਤ ਉਹ ਉੱਥੋਂ ਇੱਕ ਚੰਗੀ ਲੀਡਰਸ਼ਿਪ ਉੱਭਰਨ ਦੀ ਜਿਹੜੀ ਉਮੀਦ ਜਿਹੜੀ ਆ ਉਹ ਕੀਤੀ ਜਾਂਦੀ ਆ, ਰੱਖਣੀ ਵੀ ਚਾਹੀਦੀ ਆ। ਲੋਕਾਂ ਦਾ ਭਰੋਸਾ ਜਾਣੀ ਕਿ ਵੱਜਾ ਹੋਇਆ, ਇਹ 'ਚ ਕੋਈ ਸ਼ੱਕ ਨਹੀਂ ਕਿ ਅੰਦੋਲਨ ਨੇ ਬਹੁਤ ਸਾਰੀਆਂ ਗੱਲਾਂ ਨੂੰ ਨਵੇਂ ਸਿਰੇ ਤੋਂ ਘੜਨਾ ਤੇ ਘੜਿਆ ਜਾ ਰਿਹਾ। ਤੇ ਉਹਦੇ ਵਿੱਚੋਂ ਹੀ ਜਿਹੜੀਆਂ ਸਾਰੀਆਂ ਗੱਲਾਂ ਜਿਹੜੀਆਂ ਹੁਣ ਆਪਾਂ ਜਿਹੜੀ ਤੁਸੀਂ ਕਹਿੰਦੇ ਕੇਂਦਰੀ ਧੁਰਾ ਕਰਨਾ, ਜੇ ਕੋਈ ਦੁਕਾਨਦਾਰ ਆ ਜਾਂ ਕੋਈ ਕਾਰਖਾਨੇਦਾਰ ਆ, ਉਹ ਆਪਣੀ ਚੀਜ਼ ਬਣਾਉਂਦਾ ਤੇ ਆਪਣਾ ਭਾਅ ਤੈਅ ਕਰਦਾ ਵੀ ਮੈਨੂੰ ਇੰਨਾ ਮੇਰਾ ਖਰਚਾ ਆਇਆ ਤੇ ਇੰਨੀ ਦੀ ਵੀ ਵੇਚਣੀ, ਲੈਣੀ ਲਓ ਤੇ ਨਹੀਂ ਇਹਦੇ ਨਾਲ। ਤੇ ਕਿਸਾਨ ਕਿਉਂ ਨਹੀਂ ਕਰ ਸਕਦੇ? ਕਿਸਾਨ ਜਿਹੜਾ ਪੈਦਾ ਕਰਦਾ, ਜਿਹੜਾ 6 ਮਹੀਨੇ ਉਹਦੀ ਇੰਤਜ਼ਾਰ ਕਰਦਾ, ਜੇ ਉਹਦੀ ਡੁੱਬ ਜਾਂਦੀ ਆ, ਮਰ ਜਾਂਦੀ, ਤਬਾਹ ਹੋ ਜਾਂਦੀ ਤੇ ਉਹਦੇ ਸਿਰ ਹੀ ਪੈਂਦਾ ਨਾ। ਉਦੋਂ ਤਾਂ ਸਰਕਾਰਾਂ ਬਾਂਹ ਨਹੀਂ ਨਾ ਫੜਦੀਆਂ। ਤੇ ਜੇ ਉਹ ਚੀਜ਼ ਆਪਣੀ ਪੈਦਾ ਕਰਦਾ ਆ ਤੇ ਉਹਨੂੰ ਪੂਰਾ ਹੱਕ ਵੀ ਹੋਣਾ ਚਾਹੀਦਾ ਆ ਵੀ ਇਹ ਇੰਨੇ ਨੂੰ ਵਿਕੂਗੀ। ਪਰ ਜੇ ਇਹ ਕਾਨੂੰਨ ਹੁਣ ਬਣਿਆ ਵੀ ਹੋਇਆ ਦੇਸ਼ ਦਾ ਵੀ ਘੱਟੋ ਘੱਟ, ਹਾਲੇ ਆਪਾਂ ਘੱਟੋ ਘੱਟ ਸਮਰਥਨ ਮੁੱਲ ਦੀ ਕਰਦੇ, ਵੱਧ ਦੀ ਨਹੀਂ ਗੱਲ ਕਰਦੇ ਵੀ ਘੱਟੋ ਘੱਟ ਇੰਨਾ ਤਾਂ ਮਿਲੇ। ਉਹ ਘੱਟੋ ਘੱਟ ਵੀ ਤੁਸੀਂ ਦੇਣ, ਕਿਉਂਕਿ ਦੇਖੋ ਜਿਹੜਾ ਕਹਿੰਦੇ ਵੀ MSP ਹੈ ਰਹੂਗੀ ਤੇ ਲੋਕ ਕਿਉਂ ਨਹੀਂ, ਲੋਕ ਤੁਹਾਡੀ ਗੱਲ ਤੇ ਯਕੀਨ ਨਹੀਂ ਕਰ ਰਹੇ ਕਿਉਂਕਿ ਤੁਸੀਂ ਲੋਕਾਂ ਨਾਲ ਤੁਹਾਡੀ ਲੀਡਰਸ਼ਿਪ ਦੇ ਉੱਤੇ, ਤੁਹਾਡੀ ਜ਼ੁਬਾਨ ਦੇ ਉੱਪਰ, ਤੁਹਾਡੀ ਨੀਤੀ ਦੇ ਉੱਤੇ, ਨੀਅਤ ਦੇ ਉੱਤੇ ਭਰੋਸਾ ਨਹੀਂ ਹੈ। ਤਾਂ ਕਹਿੰਦੇ ਵੀ ਇਹ ਕਾਨੂੰਨੀ ਦਾਇਰੇ 'ਚ ਆ ਜਾਵੇ, ਤੁਸੀਂ ਸੱਤਾ 'ਚ ਨਹੀਂ ਰਹੇ ਤੇ ਮੁੜ ਕੇ ਫਿਰ ਕਿਹਨੇ ਤੁਹਾਨੂੰ ਫੜਨਾ ਹੈਗਾ ਤੇ ਕਿਹੜੀਆਂ ਗੱਲਾਂ ਹੈਗੀਆਂ। ਗੱਲਬਾਤ MSP ਤੋਂ ਸ਼ੁਰੂ ਹੋਈ ਸੀਗੀ। ਫਰਾਂਸ ਵਰਗੇ ਜਾਂ ਸਪੇਨ ਵਰਗੇ ਮੁਲਕਾਂ ਦੀ ਗੱਲ ਕਰਦਿਆਂ ਹੋਇਆਂ ਇਹਦੀ ਕਾਨੂੰਨੀ ਗਰੰਟੀ ਤੋਂ ਗੱਲਬਾਤ ਸ਼ੁਰੂ ਕੀਤੀ ਸੀ। ਫਿਰ ਅੰਦੋਲਨ ਕਿੱਥੇ ਖੜਾ ਆ, ਸੱਤਾ ਕੀ ਇਸ ਸਮੇਂ ਕਰਦੀ ਪਈ ਹੈ, ਤੇ ਗੱਲ ਇਸ ਨੁਕਤੇ ਤੇ ਆਣ ਕੇ ਵੀ ਮੁੱਕੀ ਹੈ ਕਿ ਜੇ ਸੱਤਾ ਦੇ ਵਿੱਚ ਚੰਗੇ ਲੋਕ ਆਉਂਦੇ ਆ, ਇਸ ਅੰਦੋਲਨ ਦੇ ਵਿੱਚੋਂ ਕੋਈ ਸਿਆਸੀ ਧਿਰ ਨਿਕਲ ਕੇ ਸੱਤਾ ਦੇ ਵਿੱਚ ਆਣ ਕੇ ਬੈਠਦੀ ਆ ਤੇ ਹੋਰ ਜ਼ਿਆਦਾ ਸੁਖਾਲਾ ਹੋ ਸਕਦਾ ਕਿ ਭੜਕ ਨੂੰ ਜਿਹੜੀਆਂ ਨੀਤੀਆਂ ਬਣਨ ਉਹ ਕਿਸਾਨੀ ਦੇ ਪੱਖ ਦੇ ਵਿੱਚ, ਕਿਸਾਨ ਦੇ ਪੱਖ ਦੇ ਵਿੱਚ ਤੇ ਆਮ ਲੋਕਾਂ ਦੇ ਪੱਖ ਦੇ ਵਿੱਚ ਬਣਨ, ਤਾਂ ਕਿ ਉਸ ਤੋਂ ਬਾਅਦ ਕਿਸੇ ਕਿਸਮ ਦੀ ਇਦਾਂ ਦੀ ਦਿੱਕਤ ਮਹਿਸੂਸ ਨਾ ਹੋਵੇ ਲੋਕਾਂ ਨੂੰ ਕਿ ਇਦਾਂ ਦਾ ਵੱਡਾ ਅੰਦੋਲਨ ਮੁੜ ਦੁਬਾਰਾ ਉਹਨਾਂ ਨੂੰ ਕਰਨਾ ਪਵੇ। ਪਰ ਕੁੱਲ ਮਿਲਾ ਕੇ ਅਜੇ ਵੀ, ਕਿਉਂਕਿ ਸਿਆਸਤ ਜਿਹੜੀ ਹੈਗੀ ਆ ਉਹ ਅਕਸਰ ਅਚੰਭਿਤ ਕਰਨ ਵਾਲੀਆਂ ਘਟਨਾਵਾਂ ਨਾਲ ਭਰੀ ਰਹਿੰਦੀ ਆ। ਕੱਲ ਕੀ ਹੋਣਾ ਕੋਈ ਕੁਝ ਨਹੀਂ ਕਹਿ ਸਕਦਾ। ਸਿਆਸਤ ਦੇ ਵਿੱਚ ਕਿੱਥੋਂ ਕਿਹੜੀ ਧਿਰ ਨਿਕਲ ਕੇ ਆਉਂਦੀ ਆ, ਕਿਹੜਾ ਸਿਆਸੀ ਆਗੂ ਕਿਹੜੇ ਪਾਸੇ ਨੂੰ ਤੁਰ ਜਾਂਦਾ, ਇਹ ਕੁਝ ਕਿਹਾ ਨਹੀਂ ਜਾ ਸਕਦਾ। ਉਹ ਤਸਵੀਰਾਂ ਤੁਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਚੋਣਾਂ ਦੇ ਨੇੜੇ ਬਹੁਤ ਦੇਖੋਗੇ। ਆ ਇੱਧਰ ਚਲੇ ਗਿਆ, ਉਹ ਉੱਧਰ ਚਲੇ ਗਿਆ। ਬੈਂਗਣ ਜਿੱਦਾਂ ਥਾਲੀ ਦੇ ਹੁੰਦੇ ਨਾ, ਕਦੀ ਇੱਧਰਲੇ ਪਾਸੇ ਤੇ ਕਦੀ ਉੱਧਰਲੇ ਪਾਸੇ, ਇਦਾਂ ਸਿਆਸੀ ਲੀਡਰਾਂ ਨੇ ਜਾਣਾ। ਪਰ ਮੂਲ ਮੁੱਦਾ ਕੀ ਹੈ? MSP ਦੀ ਪ੍ਰਾਪਤੀ, ਕਾਨੂੰਨੀ ਗਰੰਟੀ ਦੀ ਪ੍ਰਾਪਤੀ। ਤੇ ਉਹ ਸੰਘਰਸ਼ ਜਿਹੜਾ ਚੱਲਦਾ ਪਿਆ, ਉਹ ਸੰਘਰਸ਼ ਹੁਣ ਤਿੱਖਾ ਹੋ ਗਿਆ। ਜਦੋਂ ਵੋਟ ਤੇ ਚੋਟ ਦੀ ਗੱਲ ਕੀਤੀ ਜਾਂਦੀ ਹੈ ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ, ਜਦੋਂ MSP ਪ੍ਰਾਪਤੀ ਮੁਹਿੰਮ ਵਿੱਢੀ ਜਾਂਦੀ ਹੈ, ਕਰਨਾਟਕ ਤੋਂ 5 ਤਰੀਕ ਤੋਂ ਜਿਹੜਾ 2 ਥਾਵਾਂ ਤੋਂ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ ਜਾਣੀ ਆ। ਹੁਣ ਇਹਦਾ ਕਿੰਨਾ ਕੁ ਦਬਾਅ ਕੇਂਦਰ ਸਰਕਾਰ ਤੇ ਪੈਂਦਾ, ਕਿੰਨਾ ਕੁ ਅਸਰ ਦੇਖਣ ਨੂੰ ਮਿਲਦਾ, ਇਹ ਫਿਲਹਾਲ ਦੇਖਣਾ ਬਾਕੀ ਹੈ। ਕੈਮਰਾਮੈਨ ਰਵਿੰਦਰ ਦੇ ਨਾਲ ਜਸਵੀਰ, TV ਪੰਜਾਬ, ਜਲੰਧਰ। ਸਤਿ ਸ਼੍ਰੀ ਅਕਾਲ ਜੀ, ਮੈਂ ਨਿਰਮਲ ਮਾਨ, ਪੂਰਾ ਟੈਕਸ ਸੈਟਲਮੈਂਟ ਤੋਂ। ਇਹ ਤੁਸੀਂ ਵੀਡੀਓ ਦੇਖ ਰਹੇ ਸੀ TV ਪੰਜਾਬ ਦੇ ਉੱਤੇ। ਇਹੋ ਜਿਹੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇਖਣ ਵਾਸਤੇ TV ਪੰਜਾਬ ਦੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਨਾਲ ਹੇਠ ਦਿੱਤੇ ਹੋਏ ਬੈਲ ਆਈਕਨ ਦੇ ਬਟਨ ਦਬਾਓ। ਸਤਿ ਸ਼੍ਰੀ ਅਕਾਲ।